वर्णाश्रम की पंक्ता पृथक पृथक बैठाए। सादर देत आरक नीर पृथक कर पाए। दोहरा वर्णाश्रम की पंक्ता ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਲੋਕ ਪਰਲੋਕ ਦੇ ਰੱਖਿਅਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੇ ਕੀਰਤਨੀਏ ਸਿੰਘਾਂ ਪਾਸੋਂ ਅਕਾਲੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿਤਨੇਮ ਦੀ ਬਾਣੀ ਸੰਧਿਆ ਵੇਲੇ ਸੋਦਾਰ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਕੇ ਗ੍ਰੰਥੀ ਸਿੰਘ ਰਾਹੀਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨਾਂ ਉੱਤੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਜੋ ਪਿਛਲੇ ਬਹੁਤ ਲੰਮੇ ਸਾਲਾਂ ਤੋਂ ਨਿਰੰਤਰ ਜਾਰੀ ਹੈ। ਆਪਾਂ ਨਿੱਤਾ ਪ੍ਰਤੀ ਇਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਜੀਵਨ ਇਤਿਹਾਸ ਰਲ ਮਿਲ ਕੇ ਸਾਂਝਾ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਇਤਿਹਾਸ ਦੀ ਕਥਾ ਸਮਾਪਤੀ ਦੇ ਨੇੜੇ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ। ਤਖਤ ਸੱਚਖੰਡ ਨੰਦੇੜ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੀ ਧਰਤੀ ਦੇ ਉੱਤੇ ਸੰਗਤਾਂ ਦੇ ਵਿੱਚ ਬੇਅੰਤ ਲੀਲਾਵਾਂ ਕੌਤਕ ਵਰਤਾ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਬੇਅੰਤ ਸ਼ਰਧਾ ਭਾਵਨਾ ਵਾਲੀਆਂ ਗੁਰਸਿੱਖਾਂ ਸੰਗਤਾਂ ਨਿੱਤਾ ਪ੍ਰਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਥਿਤ ਹੁੰਦੀਆਂ ਹਨ, ਉੱਥੇ ਵਜੀਦ ਖਾਨ ਦਾ ਭੇਜਿਆ ਹੋਇਆ ਇੱਕ ਚੜ੍ਹਦੀ ਜਵਾਨੀ ਵਾਲਾ ਨੌਜਵਾਨ ਪਠਾਨ ਉਹ ਸਤਿਗੁਰੂ ਜੀ ਦਾ ਪਿੱਛਾ ਕਰਦਾ ਕਰਦਾ ਇੱਥੇ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਿਆ ਹੈ। ਪਹਿਲਾਂ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਤੋਂ ਪੱਕਾ ਪਤਾ ਕੀਤਾ ਕਿ ਸਤਿਗੁਰੂ ਸਾਹਿਬ ਜੀ ਇਸ ਵੇਲੇ ਕਿੱਥੇ ਵਿਰਾਜਦੇ ਹਨ। ਉੱਥੋਂ ਪਤਾ ਲੈ ਕੇ ਕਿ ਸਤਿਗੁਰੂ ਸਾਹਿਬ ਜੀ ਨੰਦੇੜ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਦੇ ਵਿੱਚ ਵਿਚਰ ਰਹੇ ਹਨ। ਇਹ ਪਠਾਨ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਆ ਗਿਆ। ਕਈ ਦਿਨ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਵੱਖ-ਵੱਖ ਸਮਿਆਂ ਦੇ ਵਿੱਚ ਕਰਨ ਵੇਲੇ ਆਉਂਦਾ ਰਿਹਾ। ਜਿਸ ਦਿਨ ਇਸ ਨੇ ਇਹ ਪੱਕਾ ਨਿਸ਼ਚਾ ਕਰ ਲਿਆ ਕਿ ਸਹੀ ਦਾ ਲਾਉਣ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਾਤਲਾਨਾ ਹਮਲਾ ਕਰਨ ਦਾ ਸਹੀ ਵਕਤ ਕਿਹੜਾ ਹੈ, ਤਾਂ ਸਾਧ ਸੰਗਤ ਜੀ ਇਹ ਨਿਰਣਾ ਕਰਕੇ ਇੱਕ ਦਿਨ ਇਹ ਸ਼ਾਮ ਦੇ ਵੇਲੇ ਦੀਵਾਨ ਵਿੱਚ ਪਹੁੰਚਿਆ। ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਅਰਦਾਸ ਤੋਂ ਉਪਰੰਤ ਸਾਰੇ ਹੀ ਗੁਰਸਿੱਖ ਗੁਰੂ ਕੇ ਲੰਗਰਾਂ ਦੇ ਵਿੱਚ ਭੋਜਨ ਪ੍ਰਸ਼ਾਦਾ ਛਕਣ ਦੇ ਲਈ ਚਲੇ ਗਏ। ਪਰ ਇਹ ਪਠਾਨ ਸਤਿਗੁਰੂ ਸਾਹਿਬ ਜੀ ਦੇ ਕੋਲ ਬੈਠਾ ਰਿਹਾ।
ਸਤਿਗੁਰੂ ਸਾਹਿਬ ਜੀ ਆਪਣੇ ਆਰਾਮ ਆਸਣ ਦੇ ਉੱਤੇ ਬਿਰਾਜਮਾਨ ਹੋ ਗਏ। ਪਰ ਇਹ ਸਤਿਗੁਰੂ ਸਾਹਿਬ ਜੀ ਦੇ ਨਾਲ ਕੁਝ ਦੇਰ ਤੱਕ ਬਚਨ ਬਿਲਾਸ ਗੱਲਾਂ ਬਾਤਾਂ ਕਰਦਾ ਰਿਹਾ। ਜਦੋਂ ਇਸਨੇ ਦੇਖਿਆ ਕਿ ਨੇੜੇ ਤੇੜੇ ਕੋਈ ਸਿੰਘ ਨਹੀਂ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਆਰਾਮ ਕਰਨ ਲੱਗ ਪਏ, ਥੋੜ੍ਹੇ ਨੇਤਰ ਬੰਦ ਕੀਤੇ ਹੋਏ ਹਨ ਸਤਿਗੁਰੂ ਸਾਹਿਬ ਨੇ, ਤਾਂ ਮੌਕਾ ਪਾ ਕੇ ਇਸ ਪਠਾਨ ਨੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਖੀ ਦੇ ਵਿੱਚ ਇੱਕ ਤਿੱਖੇ ਖੰਜਰ ਦੇ ਨਾਲ, ਤਿੱਖੇ ਛੁਰੇ ਦੇ ਨਾਲ ਵਾਰ ਕਰ ਦਿੱਤਾ। ਜਿਉਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਪਰ ਵਾਰ ਹੋਇਆ, ਪਲਕ ਝਪਕਦਿਆਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ੍ਰੀ ਸਾਹਿਬ ਦੇ ਨਾਲ ਇਹ ਜਿਹੜਾ ਪਠਾਨ ਗੁਲ ਖਾਨ ਸੀ ਇਸ ਦਾ ਪੇਟ ਚਾਕ ਕਰ ਦਿੱਤਾ, ਧਰਤੀ ਦੇ ਉੱਤੇ ਉਸੇ ਥਾਂ ਦੇ ਉੱਤੇ ਲਟਾ ਦਿੱਤਾ। ਇੰਨੇ ਨੂੰ ਸਤਿਗੁਰੂ ਨੇ ਸਿੰਘਾਂ ਨੂੰ ਆਵਾਜ਼ ਮਾਰੀ। ਕਈ ਸਿੰਘ ਦੌੜਦੇ ਹੋਏ ਆਏ, ਉਹਨਾਂ ਵਿੱਚੋਂ ਇੱਕ ਭਾਈ ਲੱਖਾ ਸਿੰਘ ਜੀ ਨੇ ਆ ਕੇ ਇਹ ਡਿੱਗੇ ਪਏ ਪਠਾਨ ਦਾ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ। ਸਤਿਗੁਰੂ ਕਹਿਣ ਲੱਗੇ, ਭਾਈ ਇਹਨੂੰ ਅਸੀਂ ਪਹਿਲਾਂ ਹੀ ਮਾਰ ਚੁੱਕੇ ਹਾਂ। ਭਾਈ ਸੰਤੋਖ ਸਿੰਘ ਵਰਗੇ ਸਿੱਖਾਂ ਨੇ ਜਦੋਂ ਧਿਆਨ ਦਿੱਤਾ ਕਿ ਸਤਿਗੁਰੂ ਸਾਹਿਬ ਜੀ ਦੇ ਸਰੀਰ ਦੇ ਉੱਤੇ ਬਹੁਤ ਭਾਰਾ ਜ਼ਖਮ ਆਇਆ ਹੋਇਆ ਹੈ, ਬੜਾ ਖੂਨ ਵਹਿ ਰਿਹਾ, ਸਤਿਗੁਰੂ ਜੀ ਦਾ ਚੋਲਾ ਔਰ ਸਤਿਗੁਰੂ ਜੀ ਦਾ ਬਿਸਤਰਾ ਖੂਨ ਦੇ ਨਾਲ ਬਿਲਕੁਲ ਲਾਲ ਹੋ ਚੁੱਕੇ ਹਨ, ਤਾਂ ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਸਰੀਰ ਦੀ ਸਾਂਭ ਸੰਭਾਲ ਕੀਤੀ। ਜ਼ਖਮ ਨੂੰ ਧੋਤਾ ਗਿਆ, ਸੂਈ ਦੇ ਵਿੱਚ ਰੇਸ਼ਮੀ ਧਾਗਾ ਪਰੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਸੀ ਦਿੱਤਾ ਗਿਆ। ਇਉਂ ਟਾਂਕੇ ਲਾ ਦਿੱਤੇ ਗਏ। ਇੱਧਰ ਗੁਰੂ ਕੇ ਸਿੱਖਾਂ ਨੇ ਬਹਾਦਰ ਸ਼ਾਹ ਵੱਲ, ਜਿਹੜਾ ਕਿ ਉਸ ਵੇਲੇ ਹੈਦਰਾਬਾਦ ਗੋਰਕੁੰਡਾ ਦੀ ਧਰਤੀ ਉੱਤੇ ਸੀ ਤੇ ਵਾਪਸ ਦਿੱਲੀ ਵੱਲ ਜਾਣ ਦੀ ਤਿਆਰੀ ਵਿੱਚ ਸੀ, ਇੱਕ ਚਿੱਠੀ ਰੋਸ ਵਜੋਂ ਲਿਖ ਕੇ ਭੇਜੀ ਕਿ ਬਹਾਦਰ ਸ਼ਾਹ, ਤੂੰ ਆ ਕਿਹੋ ਜਿਹੇ ਮਾੜੇ ਕਰਮਾਂ ਵਾਲੇ ਪਠਾਨ ਆਪਣੇ ਨਾਲ ਰੱਖੇ ਹੋਏ ਹੈ, ਇਹਨਾਂ ਨੇ ਵੇਖੋ ਕਿੰਨੀ ਭੈੜੀ ਕਰਤੂਤ ਕੀਤੀ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਸਰੀਰ ਦੇ ਉੱਤੇ ਇਹਨੇ ਵਾਰ ਕਰ ਦਿੱਤਾ ਹੈ। ਜਦੋਂ ਸਾਧ ਸੰਗਤ ਜੀ ਐਸਾ ਬਹਾਦਰ ਸ਼ਾਹ ਨੇ ਚਿੱਠੀ ਦੇ ਵਿੱਚ ਪੜ੍ਹਿਆ, ਇਹ ਬੜਾ ਚਿੰਤਾਤੁਰ ਹੋਇਆ, ਬੜਾ ਇਸ ਨੂੰ ਅਫਸੋਸ ਹੋਇਆ। ਉਹਨੇ ਨਾਲ ਦੀ ਨਾਲ ਜਿੰਨੇ ਪਠਾਨ ਸਨ ਇਸ ਦੀ ਫੌਜ ਵਿੱਚ ਸਾਰੇ ਇਕੱਤਰ ਕਰ ਲਏ, ਕਿਉਂਕਿ ਆਪ ਇਹ ਮੁਗਲ ਸੀ। ਮੁਗਲ ਸੈਯਦ ਪਠਾਨ ਇਹ ਮੁਸਲਮਾਨਾਂ ਦੀਆਂ ਵੱਖਰੀਆਂ ਵੱਖਰੀਆਂ ਜਾਤੀਆਂ ਹਨ। ਗੁਲ ਖਾਂ ਪਠਾਨ ਸੀ, ਇਹਦੇ ਨਾਲ ਵਾਲੇ ਜਿੰਨੇ ਸੰਗੀ ਸਾਥੀ ਪਠਾਨ ਸਨ ਉਹ ਬਹਾਦਰ ਸ਼ਾਹ ਨੇ ਸਾਰੇ ਇਕੱਤਰ ਕਰ ਲਏ ਅਤੇ ਉਹਨਾਂ ਦੇ ਉੱਤੇ ਸਖਤਾਈ ਕੀਤੀ, ਸਖਤੀ ਦੇ ਨਾਲ ਪੁੱਛਗਿੱਛ ਕੀਤੀ ਕਿ ਦੱਸੋ ਤੁਹਾਨੂੰ ਇਸ ਹਮਲੇ ਬਾਰੇ ਜਾਂ ਗੁਲ ਖਾਂ ਪਠਾਨ ਦੀ ਇਸ ਯੋਜਨਾ ਬਾਰੇ ਕੀ ਕੁਛ ਪਤਾ ਸੀ, ਕਿਸ ਤਰ੍ਹਾਂ ਉਹਨੇ ਵਿਉਂਤਬੰਦੀ ਕੀਤੀ, ਕਿਹਦੇ ਕਹਿਣ ਦੇ ਉੱਤੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਉਸਨੇ ਹਮਲਾ ਕੀਤਾ ਹੈ। ਇਉਂ ਪੁੱਛਗਿੱਛ ਕੀਤਿਆਂ ਜਦੋਂ ਕੁਝ ਪਤਾ ਨਾ ਲੱਗਿਆ ਤਾਂ ਸਤਿਗੁਰੂ ਸਾਹਿਬ ਜੀ ਵਾਲੇ ਨੇ ਇੱਕ ਚਿੱਠੀ ਲਿਖ ਕੇ ਭੇਜੀ ਅਤੇ ਨਾਲ ਦੋ ਸਰਜਨ ਜਿਹੜੇ ਆਪਰੇਟ ਕਰਨ ਵਾਲੇ, ਜ਼ਖਮਾਂ ਨੂੰ ਸੀਣ ਵਾਲੇ, ਚੀਰ ਫਾੜ ਕਰਨ ਵਾਲੇ, ਉਹ ਡਾਕਟਰ ਭੇਜੇ, ਜਿਨ੍ਹਾਂ ਨੇ ਜਾ ਕੇ ਸਤਿਗੁਰੂ ਸਾਹਿਬ ਜੀ ਦਾ ਬੜਾ ਸੋਹਣਾ ਇਲਾਜ ਕੀਤਾ। ਬੜੀਆਂ ਚੰਗੀਆਂ ਜੜੀਆਂ ਬੂਟੀਆਂ ਦੇ ਨਾਲ ਮਲ੍ਹਮਾਂ ਤਿਆਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਜ਼ਖਮ ਨੂੰ ਬਹੁਤ ਹੀ ਥੋੜ੍ਹੇ ਦਿਨਾਂ ਦੇ ਵਿੱਚ ਰਾਜੀ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਜ਼ਖਮ ਸੀ ਜਿਹੜਾ ਉਹ ਚੰਗੀ ਤਰ੍ਹਾਂ ਮਿਲ ਗਿਆ ਬਾਹਰਲੇ ਪਾਸਿਓਂ, ਅਤੇ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਤੋਂ ਵਾਪਸ ਆਉਣ ਦੀ ਇਜਾਜ਼ਤ ਮੰਗੀ। ਸਤਿਗੁਰੂ ਜੀ ਨੇ ਸਿਰੋਂ ਪਾਓ ਅਤੇ ਬਹੁਤ ਸਾਰਾ ਧਨ ਪਦਾਰਥ ਦੇ ਕੇ ਦੋਵਾਂ ਜਿਰਾਹਾਂ ਨੂੰ ਰੁਖਸਤ ਕੀਤਾ। ਬਹਾਦਰ ਸ਼ਾਹ ਦੀ ਚਿੱਠੀ ਆਈ, ਮਹਾਰਾਜ ਆਪ ਜੀ ਦੇ ਉੱਤੇ ਕਾਤਲਾਨਾ ਹਮਲਾ ਕਰਨ ਵਾਲਾ ਜਿਹੜਾ ਪਠਾਨ ਗੁਲ ਖਾਂ ਉਹ ਤਾਂ ਆਪ ਜੀ ਨੇ ਮੌਕੇ ਦੇ ਉੱਤੇ ਹੀ ਮਾਰ ਦਿੱਤਾ। ਪਤਾ ਲੱਗਿਆ ਹੈ ਕਿ ਮਹਾਰਾਜ ਉਹ ਆਪ ਜੀ ਦੇ ਦਾਦਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ ਪਠਾਨ ਪੈਂਦੇ ਖਾਨ ਦਾ ਪੋਤਰਾ ਹੈ, ਅਤੇ ਉਸ ਨੇ ਆਪਣਾ ਪਿਛਲਾ ਪਿਓ ਦਾਦੇ ਦਾ ਵੈਰ ਚੇਤੇ ਕਰਕੇ ਤੁਹਾਡੇ ਉੱਤੇ ਹਮਲਾ ਕੀਤਾ ਹੈ। ਮੈਨੂੰ ਇੰਨੀ ਕੁ ਗੱਲ ਦਾ ਪਤਾ ਲੱਗਾ। ਆਪ ਜੀ ਹੁਣ ਕਿਰਪਾ ਕਰੋ, ਮੈਂ ਬਾਕੀ ਦੇ ਸਾਰੇ ਪਠਾਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਆਪ ਜੀ
ਦੀ ਆਗਿਆ ਚਾਹੁੰਦਾ ਹਾਂ। ਜੇ ਤੁਸੀਂ ਹੁਕਮ ਕਰੋ ਤਾਂ ਮੈਂ ਸਾਰਿਆਂ ਦੇ ਹੱਥ ਵਢਾ ਦੇਵਾਂ, ਕਿਉਂਕਿ ਇਹਨਾਂ ਪਠਾਣਾਂ ਨੇ ਅਸੀਂ ਬੱਜਰ ਗਲਤੀ ਕੀਤੀ। ਜਾਂ ਫਿਰ ਆਪ ਜੀ ਹੁਕਮ ਕਰੋ, ਮੈਂ ਇਹਨਾਂ ਸਾਰਿਆਂ ਨੂੰ ਇੱਕ ਬੇੜੀ ਦੇ ਵਿੱਚ ਚੜ੍ਹਾ ਕੇ ਡੂੰਘੇ ਪਾਣੀ ਵਿੱਚ ਲਿਜਾ ਕੇ ਸਾਰਿਆਂ ਨੂੰ ਡੋਬ ਕੇ ਮਾਰ ਦੇਵਾਂ। ਸਤਿਗੁਰੂ ਨੇ ਜਵਾਬੀ ਖਤ ਲਿਖਿਆ, ਕਹਿਣ ਲੱਗੇ, ਬਾਦਸ਼ਾਹ ਜੋ ਕੁਝ ਹੋ ਰਿਹਾ ਵਾਹਿਗੁਰੂ ਦੇ ਭਾਣੇ ਵਿੱਚ ਹੋ ਰਿਹਾ। ਦੱਦਾ ਦੋਸ ਨਾ ਦੇਊ ਕਿਸੇ ਦੋਸ ਕਰਮ ਆਪਣੇ ਆ। ਇਹ ਸਾਡਾ ਜੋ ਕਿਸਮਤ ਦੇ ਵਿੱਚ, ਸਾਡੀ ਪ੍ਰਾਲਬ ਦੇ ਵਿੱਚ ਜੋ ਲਿਖਿਆ ਉਸ ਮੁਤਾਬਕ ਹੋਇਆ ਹੈ। ਵਾਹਿਗੁਰੂ ਦਾ ਭਾਣਾ ਹੈ, ਇਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ। ਬਾਕੀ ਅਸੀਂ ਬਿਲਕੁਲ ਠੀਕ ਠਾਕ ਹਾਂ, ਕਿਸੇ ਨੂੰ ਵੀ ਹੋਰ ਕੋਈ ਸਜ਼ਾ ਦੇਣ ਦੀ ਲੋੜ ਨਹੀਂ। ਇਹਨਾਂ ਸਾਰਿਆਂ ਨੂੰ ਬਾਇਜ਼ਤ ਰਿਹਾ ਕਰ ਦਿੱਤਾ ਜਾਵੇ। ਜਦੋਂ ਸਤਿਗੁਰੂ ਜੀ ਦਾ ਐਸਾ ਸੁਨੇਹਾ ਪਹੁੰਚਿਆ, ਬਹਾਦਰ ਸ਼ਾਹ ਨੇ ਸਭ ਨੂੰ ਰਿਹਾ ਕਰ ਦਿੱਤਾ। ਇਹ ਜਿਹੜੇ ਮੁਗਲ, ਪਠਾਨ, ਮੁਸਲਮਾਨ, ਤੁਰਕ ਸਾਰੇ ਸਨ, ਇਹਨਾਂ ਵਿੱਚ ਵੀ ਸਤਿਗੁਰੂ ਸਾਹਿਬ ਜੀ ਦਾ ਬਹੁਤ ਜਸ ਫੈਲਿਆ ਕਿ ਸਤਿਗੁਰੂ ਜੀ ਕਿੰਨੇ ਨਿਰਵੈਰ ਹਨ। ਪਠਾਣਾਂ ਨੇ ਹਮਲਾ ਕੀਤਾ, ਪਰ ਫਿਰ ਵੀ ਇਹਨਾਂ ਪਠਾਣਾਂ ਦੀ ਕੁਲ ਦੇ ਬਾਕੀ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੁਡਵਾ ਦਿੱਤਾ ਹੈ ਬਾਦਸ਼ਾਹ ਤੋਂ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜ਼ਖਮ 15 ਦਿਨਾਂ ਵਿੱਚ ਕੁਝ ਠੀਕ ਹੋਇਆ। ਇੱਧਰ ਸਾਧ ਸੰਗਤ ਜੀ ਕੁਝ ਉਮਰਾਓ, 2 ਸੈਨਾਪਤੀ ਅਤੇ ਕੁਝ ਫੌਜ ਦੇ ਕੇ ਬਹਾਦਰ ਸ਼ਾਹ ਨੇ ਫਿਰ ਸਤਿਗੁਰੂ ਸਾਹਿਬ ਜੀ ਦਾ ਪਤਾ ਲੈਣ ਵਾਸਤੇ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਹਾਥੀ ਦੇ ਕੇ ਭੇਜੇ ਹਨ ਕਿ ਜਲਦੀ ਜਾ ਕੇ ਸਤਿਗੁਰੂ ਸਾਹਿਬ ਜੀ ਦਾ ਪਤਾ ਕਰਕੇ ਆਓ ਕਿ ਉਹਨਾਂ ਦਾ ਜ਼ਖਮ ਹੁਣ ਕਿਵੇਂ ਹੈ, ਹੁਣ ਉਹਨਾਂ ਦੀ ਸਿਹਤ ਠੀਕ ਹੈ ਜਾਂ ਨਹੀਂ ਹੈ। ਮੇਰੇ ਵੱਲੋਂ ਕਿਸੇ ਹੋਰ ਮਦਦ ਦੀ ਲੋੜ ਤਾਂ ਨਹੀਂ। ਇਉਂ ਇਹ ਉਮਰਾਵ ਕੁਝ ਹੋਰ ਫੌਜ ਨੂੰ, ਸਿਪਾਹੀਆਂ ਨੂੰ ਨਾਲ ਲੈ ਕੇ ਹਾਥੀਆਂ 'ਤੇ ਸਵਾਰ ਹੋ ਕੇ ਨੰਦੇੜ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚੇ। ਸਤਿਗੁਰੂ ਸਾਹਿਬ ਜੀ ਨੂੰ ਆਉਣ ਦਾ ਸੁਨੇਹਾ ਦੇ ਦਿੱਤਾ। ਸਤਿਗੁਰੂ ਸਾਹਿਬ ਜੀ ਨੇ ਸੋਹਣਾ ਪ੍ਰਬੰਧ ਇਹਨਾਂ ਦੇ ਰਹਿਣ ਦਾ ਕਰਵਾਇਆ। ਘੋੜਿਆਂ ਦੇ ਲਈ ਦਾਣਾ ਪਾਣੀ, ਹਾਥੀਆਂ ਦੇ ਲਈ ਤ੍ਰਿਣ ਆਦਿਕ, ਔਰ ਇਹਨਾਂ ਦੇ ਖੁਦ ਦੇ ਛਕਣ ਛਕਾਉਣ ਵਾਸਤੇ ਭੋਜਨ ਪ੍ਰਸ਼ਾਦਾ ਗੁਰੂ ਘਰ ਦੇ ਵਿੱਚੋਂ ਭੇਜਿਆ। ਇਹਨਾਂ ਨੇ ਉਸ ਰਾਤ ਆਰਾਮ ਕੀਤਾ। ਦੂਸਰੇ ਦਿਨ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ਼ਾਮ ਦੇ ਦੀਵਾਨ ਦੇ ਵਿੱਚ ਇਹਨਾਂ ਨੇ ਆਉਣ ਦਾ ਸੁਨੇਹਾ ਸਤਿਗੁਰੂ ਸਾਹਿਬ ਜੀ ਕੋਲ ਭੇਜ ਦਿੱਤਾ। ਇੱਧਰ ਸਤਿਗੁਰੂ ਸਾਹਿਬ ਜੀ 15 ਦਿਨਾਂ ਬਾਅਦ ਫਿਰ ਦਰਬਾਰ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਸਜੇ ਹਨ। 2 ਕਾਰੀਗਰ ਸਿੱਖ ਆਏ। ਉਹਨਾਂ ਨੇ ਬਹੁਤ ਵੱਡੇ ਵੱਡੇ 2 ਧਨੁੱਖ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੇ, ਜਿਹੜੇ ਬੜੇ ਤਕੜੀਆਂ ਚੌੜੀਆਂ ਫੱਟੀਆਂ ਵਾਲੇ ਸਨ ਅਤੇ ਜਿਨ੍ਹਾਂ ਦਾ ਚਿੱਲਾ ਚਾੜ੍ਹਨਾ, ਉਹਦੇ ਵਿੱਚ ਰੱਖ ਕੇ ਤੀਰ ਚਲਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਬਹੁਤ ਬਲ ਚਾਹੀਦਾ ਸੀ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਹੱਥ ਵਾਲਾ ਧਨੁੱਖਬਾਣ ਸੀ ਉਹ ਵੀ 9 ਟੰਕਾ ਧਨੁੱਖਬਾਣ ਇਤਿਹਾਸ ਵਿੱਚ ਲਿਖਿਆ ਹੈ। 25 ਕਿਲੋ ਭਾਰ ਕਮਾਨ ਦੀ ਤੰਦੀ ਦੇ ਨਾਲ ਬੰਨ੍ਹ ਕੇ ਲਟਕਾ ਦਿੱਤਾ ਜਾਵੇ ਅਤੇ ਉਹ ਤੰਦੀ ਖਿੱਚੀ ਜਾਵੇ ਤਾਂ ਉਸ ਨੂੰ ਸਾਧ ਸੰਗਤ ਜੀ 1 ਟੰਕ ਕਿਹਾ ਜਾਂਦਾ 25 ਕਿਲੋ ਨੂੰ। ਪਰ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਧਨੁੱਖ ਦਾ ਚਿੱਲਾ ਹੈ, ਧਨੁੱਖ ਦੀ ਤੰਦੀ ਹੈ, ਉਹ 25 ਕਿਲੋ ਭਾਰ ਦੇ ਨਾਲ ਖਿੱਚੀ ਨਹੀਂ ਸੀ ਜਾਂਦੀ। 25 ਕਿਲੋ ਦੇ 9 ਟੰਕ ਉਹਦੇ ਨਾਲ ਲਟਕਾ ਦਿੱਤੇ ਜਾਣ, ਭਾਵ 200 ਤੇ 25 ਕਿਲੋ ਭਾਰ, 2.25 ਕੁਇੰਟਲ ਭਾਰ ਸਤਿਗੁਰੂ ਜੀ ਦੇ ਕਮਾਨ ਦੇ ਚਿੱਲੇ ਦੇ ਨਾਲ ਲਟਕਾਇਆ ਜਾਵੇ ਤਾਂ ਉਹ ਪੂਰਾ ਖਿੱਚਿਆ ਜਾਂਦਾ ਸੀ। ਉਹਦੇ ਵਿੱਚ ਤੀਰ ਲੋਡ ਹੁੰਦਾ ਸੀ। ਔਰ ਸਤਿਗੁਰੂ ਸਾਹਿਬ ਦੇ ਵਿੱਚ ਇੰਨਾ ਬਲ ਸੀ ਕਿ ਇੱਕ ਹੱਥ ਧਨੁੱਖ ਨੂੰ ਪਾ ਕੇ ਦੂਜੇ ਹੱਥ ਦੇ ਨਾਲ 2.25 ਕੁਇੰਟਲ ਭਾਰ ਜਿੰਨਾ ਵੇਗ ਦੇ ਨਾਲ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਇਹ ਆਪਣੇ ਕਮਾਨ ਦਾ ਚਿੱਲਾ ਖਿੱਚ ਲੈਂਦੇ ਸਨ। ਐਡੇ ਬਲੀ ਸੂਰਮੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸੋ ਇਸੇ ਪ੍ਰਕਾਰ ਜਦੋਂ ਉਸ ਤੋਂ ਵੀ ਵੱਡੇ ਆਕਾਰ ਦੇ 2 ਧਨੁੱਖ ਕਾਰੀਗਰ ਸਿੱਖਾਂ ਨੇ ਭੇਟਾ ਕੀਤੇ, ਸਤਿਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਕਿਉਂਕਿ ਸਤਿਗੁਰੂ ਜੀ ਜਿੱਥੇ ਬਾਣੀ ਪੜ੍ਹਨ ਵਾਲੇ ਸਿੱਖਾਂ ਦੇ ਉੱਤੇ ਪ੍ਰਸੰਨ ਹੁੰਦੇ ਸਨ, ਉੱਥੇ ਜਿਹੜੇ ਗੁਰੂ ਕੇ ਸਿੱਖ ਚੰਗੇ ਸ਼ਸਤਰ ਭੇਟਾ ਕਰਦੇ ਉਹਨਾਂ ਨੂੰ ਵੀ ਬੜੀਆਂ ਖੁਸ਼ੀਆਂ ਬਖਸ਼ਿਸ਼ ਕਰਿਆ ਕਰਦੇ। ਸਤਿਗੁਰੂ ਨੇ ਇਹਨਾਂ ਸਿੱਖਾਂ ਨੂੰ ਬੜੀਆਂ ਦੁਆਵਾਂ ਦਿੱਤੀਆਂ, ਬੜੇ ਅਸ਼ੀਰਵਾਦ ਦੇ ਬਚਨ ਆਖੇ, ਦਰੋਂ ਘਰੋਂ ਬਹੁਤ ਖੁਸ਼ੀਆਂ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇੰਨੇ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ ਇਹ ਦੋਵੇਂ ਉਮਰਾਓ ਜਿਹੜੇ ਸਤਿਗੁਰੂ ਸਾਹਿਬ ਦਾ ਪਤਾ ਲੈਣ ਵਾਸਤੇ ਬਹਾਦਰ ਸ਼ਾਹ ਨੇ ਭੇਜੇ ਸਨ,
ਇਹ ਸੈਨਾਪਤੀ ਵੀ ਆ ਹਾਜ਼ਰ ਹੋਏ। ਆ ਕੇ ਸਤਿਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ, ਸੀਸ ਨਵਾਇਆ। ਤਿਆਰ ਬਰ ਤਿਆਰ ਖਾਲਸੇ ਦੇ ਦਰਸ਼ਨ ਕੀਤੇ। ਗੁਰੂ ਕੇ ਸਿੰਘ ਤਿਆਰ ਬਰ ਤਿਆਰ ਹਨ। ਕੋਈ ਬੰਦੂਕ ਧਾਰੀ ਹੈ, ਕੋਈ ਤਲਵਾਰ ਧਾਰੀ ਹੈ, ਕਿਸੇ ਨੇ ਤੀਰ ਕਮਾਨ ਧਾਰਨ ਕੀਤਾ ਹੋਇਆ ਹੈ, ਕਿਸੇ ਨੇ ਵਰਸ਼ਾ ਢਾਲ ਹੱਥ ਦੇ ਵਿੱਚ ਫੜੇ ਹੋਏ ਹੈ। ਇਉਂ ਤਿਆਰ ਬਰ ਤਿਆਰ ਸਿੰਘਾਂ ਦੇ ਤੇ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਹ ਬੜੇ ਪ੍ਰਸੰਨ ਹੋਏ। ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਭੇਜਿਆ ਹੈ ਆਪ ਜੀ ਦਾ ਪਤਾ ਲੈਣ ਵਾਸਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਜਿਹੜਾ ਜ਼ਖਮ ਪਠਾਨ ਦੇ ਵਾਰ ਦੇ ਨਾਲ ਆਇਆ ਸੀ ਕਿ ਹੁਣ ਠੀਕ ਹੈ। ਸਿੰਘਾਂ ਤੋਂ ਪਤਾ ਲੱਗਿਆ ਹੈ ਕਿ ਆਪ ਜੀ ਦਾ ਜ਼ਖਮ ਮਿਲ ਚੁੱਕਾ ਹੈ, ਆਪ ਜੀ ਚੰਗੀ ਤਰ੍ਹਾਂ ਇਸ਼ਨਾਨ ਕਰ ਚੁੱਕੇ ਹੋ। ਸਾਨੂੰ ਇਸ ਗੱਲ ਦੀ ਬੜੀ ਪ੍ਰਸੰਨਤਾ ਹੈ। ਕਹਿਣ ਲੱਗੇ, ਮਹਾਰਾਜ ਜਿਸ ਵੇਲੇ ਆਪ ਜੀ ਦੇ ਉੱਤੇ ਹੋਏ ਇਸ ਅਚਨਚੇਤ ਹਮਲੇ ਦਾ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਚਿੰਤਾ ਦੇ ਸਹਿਤ ਹੋਇਆ। ਬੜਾ ਉਸਨੇ ਅਫਸੋਸ ਕੀਤਾ ਤੇ ਆਪਣੀ ਫੌਜ ਦੇ ਜਿੰਨੇ ਪਠਾਨ ਸੀ ਸਭ ਨੂੰ ਭਾਰੀ ਸਜ਼ਾਵਾਂ ਦੇਣ ਦਾ ਉਹਨੇ ਮਨ ਬਣਾ ਲਿਆ ਸੀ। ਆਪਣੇ ਤੌਰ ਦੇ ਉੱਤੇ ਉਹਨੇ ਭਾਰੀ ਪੁੱਛਗਿੱਛ ਵੀ ਕੀਤੀ, ਪਰ ਮਹਾਰਾਜ ਸੱਚੇ ਪਾਤਸ਼ਾਹ ਪਤਾ ਨਹੀਂ ਲੱਗਿਆ ਉਹ ਪਠਾਨ ਨੇ ਕਿਸ ਮਨਸ਼ਾ ਦੇ ਨਾਲ ਆਪ ਜੀ ਦੇ ਉੱਤੇ ਹਮਲਾ ਕੀਤਾ। ਪੈਂਦੇ ਖਾਂ ਪਠਾਨ ਦਾ ਪੋਤਰਾ ਗੁਲ ਖਾਂ ਪਠਾਨ ਮਹਾਰਾਜ ਚੜ੍ਹਦੀ ਜਵਾਨੀ ਵਾਲਾ ਹਾਲੇ ਬੱਚਾ ਹੀ ਸੀ। ਉਹਨੇ ਭਾਰੀ ਗਲਤੀ ਕੀਤੀ, ਨਾਲ ਦੀ ਨਾਲ ਆਪਣੀ ਜਾਨ ਵੀ ਗਵਾ ਬੈਠਾ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ, ਭਾਈ ਕੋਈ ਫਿਕਰ ਕਰਨ ਦੀ ਲੋੜ ਨਹੀਂ, ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਅਸੀਂ ਬਿਲਕੁਲ ਠੀਕ ਠਾਕ ਹਾਂ, ਚੜ੍ਹਦੀ ਕਲਾ ਵਿੱਚ ਹਾਂ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਇਹਨਾਂ ਨੂੰ ਸਿਰੋਂ ਪਾਉ ਦੇ ਕੇ ਵਿਦਾ ਕਰਨ ਲੱਗੇ, ਇਹਨਾਂ ਦੀ ਨਜ਼ਰ ਪਈ ਸਤਿਗੁਰੂ ਸਾਹਿਬ ਜੀ ਦੇ ਅੱਗੇ ਸ਼ਸਤਰ ਸਜੇ ਹੋਏ ਹਨ। ਸਜੇ ਹੋਏ ਸ਼ਸਤਰਾਂ ਦੇ ਵਿੱਚ ਦੋ ਬਹੁਤ ਵੱਡੇ ਵੱਡੇ ਧਨੁੱਖਵਾਨ ਹਨ। ਇਹਨਾਂ ਵਿੱਚੋਂ ਇੱਕ ਕਹਿਣ ਲੱਗਾ ਕਿ ਆ ਐਡੇ ਐਡੇ ਵੱਡੇ ਧਨੁੱਖ ਜਿਹੜੇ ਹੈ ਇਹ ਚਲਾਉਣ ਵਾਸਤੇ ਤਾਂ ਨਹੀਂ ਸਤਿਗੁਰੂ ਨੇ ਰੱਖੇ ਹੋਣੇ, ਤਾਂ ਐਵੇਂ ਦਿਖਾਵੇ ਮਾਤਰ ਹੈ। ਦੂਜਾ ਕਹਿੰਦਾ ਬਈ ਇਹ ਜਿਹੜੇ ਗੁਰੂ ਪੀਰ ਹੁੰਦੇ ਆ ਨਾ, ਇਹ ਜਾਣ ਬੁੱਝ ਕੇ ਇਹੋ ਜਿਹੀਆਂ ਸ਼ੈਆਂ, ਇਹੋ ਜਿਹੀਆਂ ਵਸਤੂਆਂ ਜਿਹੜੀਆਂ ਲੋਕਾਂ ਨੂੰ ਹੈਰਾਨ ਕਰ ਦੇਣ ਆਪਣੇ ਕੋਲੇ ਰੱਖਦੇ ਆ ਤਾਂ ਕਿ ਲੋਕ ਸਮਝਣ ਵੀ ਇਹ ਬੜੇ ਤਕੜੇ ਮਹਾਬਲੀ ਹੈ, ਬੜੇ ਬਲ ਵਾਲੇ ਹੈ, ਐਡੇ ਐਡੇ ਧਨੁੱਖ ਚਲਾਉਂਦੇ ਆ। ਪਰ ਇਹ ਰੱਖੇ ਦਿਖਾਵੇ ਵਾਸਤੇ ਹੀ ਹੈ। ਐਵੇਂ ਗੁਰੂ ਨੇ ਤਾਂ ਕਰਕੇ ਰੱਖਿਆ ਵੀ ਲੋਕ ਮੈਨੂੰ ਮੱਥਾ ਟੇਕਣ, ਪੂਜਾ ਕਰਨ, ਮੈਨੂੰ ਮਹਾਬਲੀ ਯੋਧਾ ਮੰਨਣ। ਚਲਾਉਂਦੇ ਨਹੀਂ ਹੋਣੇ ਇਹ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਕਹਿੰਦੇ ਐਡੇ ਐਡੇ ਧਨੁੱਖਾਂ ਬਾਣਾਂ ਨੂੰ ਚਲਾਉਣ ਵਾਲਾ ਕੌਣ ਐਸਾ ਬਲੀ ਹੋਵੇਗਾ। ਇਹ ਤਾਂ ਪੁਰਾਤਨ ਸਮਿਆਂ ਦੇ ਵਿੱਚ ਹੀ ਅਰਜੁਨ ਵਰਗੇ ਬਲੀ ਹੋਏ ਹੈ, ਜਾਂ ਫਿਰ ਕੋਈ ਦੇਵੀ ਦੇਵਤੇ ਫਰਿਸ਼ਤੇ ਆਦਿਕ ਉਹਨਾਂ ਵਿੱਚ ਸਮਰੱਥਾ ਹੋ ਸਕਦੀ ਹੈ ਕਿ ਇਹੋ ਜਿਹੇ ਧਨੁੱਖਵਾਨਾਂ ਦੇ ਉੱਤੇ ਚਿੱਲਾ ਚਾੜ੍ਹ ਕੇ ਤੀਰ ਚਲਾ ਸਕਣ। ਪਰ ਆਹ ਤਾਂ ਸਤਿਗੁਰੂ ਸਾਹਿਬ ਨੇ ਐਵੇਂ ਦਿਖਾਵੇ ਵਾਸਤੇ ਰੱਖੇ ਹੈ। ਅੰਤਰਜਾਮੀ ਸਤਿਗੁਰੂ ਜੀ ਨੇ ਜਦੋਂ ਇਹਨਾਂ ਦੇ ਮਨ ਦੀ ਗੱਲ ਜਾਣੀ ਕਿ ਗੁਰੂ ਘਰ ਦੇ ਉੱਤੇ ਸ਼ੰਕਾ ਕਰ ਰਹੇ ਹੈ, ਸਾਡੀ ਸ਼ਸਤਰ ਵਿੱਦਿਆ ਦੇ ਉੱਤੇ ਸ਼ੰਕਾ ਕਰ ਰਹੇ ਹੈ, ਅਤੇ ਖਾਲਸਾ ਜੀ ਪੂਰਾ ਗੁਰੂ ਉਹੀ ਹੈ ਜਿਹੜਾ ਸਿੱਖਾਂ ਦਾ ਸ਼ੰਕਾ ਨਿਵਰਤ ਕਰ ਦੇਵੇ। ਸ਼ੰਕਾਗ੍ਰਸਤ ਕੋਈ ਹੋ ਕੇ ਆਇਆ ਉਹਦੀ ਤਸੱਲੀ ਕਰਵਾ ਦੇਵੇ। ਜਿਹੜਾ ਗੁਰੂ ਤਸੱਲੀ ਨਹੀਂ ਕਰਵਾ ਸਕਦਾ ਆਪਣੇ ਸਿੱਖਾਂ ਸੇਵਕਾਂ ਦੀ, ਉਹਨੂੰ ਪੂਰਾ ਗੁਰੂ ਨਹੀਂ ਕਿਹਾ ਜਾ ਸਕਦਾ। ਔਰ ਸਤਿਗੁਰੂ ਜੀ ਨੇ ਪਰਉਪਕਾਰ ਕਰਦਿਆਂ ਹੋਇਆਂ ਕਿ ਜੇਕਰ ਇਹਨਾਂ ਦੇ ਮਨ ਵਿੱਚ ਸ਼ੰਕਾ ਰਹਿ ਗਿਆ, ਗੁਰੂ 'ਤੇ ਸ਼ੰਕਾ ਕਰਨ ਕਰਕੇ ਕਿਤੇ ਨਰਕਾਂ ਦੇ ਅਧਿਕਾਰੀ ਨਾ ਹੋ ਜਾਣ। ਇਹਨਾਂ ਦੇ ਭਲੇ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਕੌਤਕ ਵਰਤਾਇਆ। ਉਸੇ ਵੇਲੇ ਉਹ ਦੋਵੇਂ ਕਮਾਨ ਚੁੱਕ ਲਏ। ਦੋਵੇਂ ਕਮਾਨ ਚੁੱਕ ਕੇ ਇੱਕੋ ਹੱਥ ਦੇ ਨਾਲ ਫੜ ਲਏ ਅਤੇ ਦੂਜੇ ਹੱਥ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਵੇਂ ਕਮਾਣਾਂ ਦੀਆਂ ਤੰਦੀਆਂ, ਦੋਵੇਂ ਕਮਾਣਾਂ ਦੇ ਚਿੱਲੇ ਫੜ ਕੇ ਇੰਨੇ ਜ਼ੋਰ ਦੇ ਨਾਲ, ਇੰਨੇ ਬਲ ਦੇ ਨਾਲ, ਇੰਨੇ ਵੇਗ ਦੇ ਨਾਲ ਖਿੱਚੇ ਕਿ ਸਾਧ ਸੰਗਤ ਜੀ ਇਹਨਾਂ ਦੋਵੇਂ ਕਮਾਣਾਂ ਦੇ ਚਿੱਲਿਆਂ ਵਿੱਚੋਂ ਚਿਰੜ ਚਿਰੜ ਦੀ ਆਵਾਜ਼ ਆਉਣ ਲੱਗੀ। ਸਾਰੇ ਦੇਖਦੇ ਆ, ਹੈਰਾਨ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ 2-3 ਵਾਰ ਇਉਂ ਉੱਪਰ ਨੂੰ ਚੱਕ ਕੇ ਇਹਨਾਂ ਦੇ ਚਿੱਲਿਆਂ ਨੂੰ ਖਿੱਚਿਆ ਅਤੇ ਇਹ ਬੜੇ ਹੈਰਾਨ ਹੋਏ। ਇਹਨਾਂ ਦੀ ਸ਼ੰਕਾ ਦੂਰ ਹੋ ਗਈ ਵੀ ਵਾਕਈ ਮਹਾਰਾਜ ਸੱਚੇ ਪਾਤਸ਼ਾਹ ਤਾਂ ਚਲਾ ਵੀ ਸਕਦੇ ਹੈ, ਇਹ ਐਵੇਂ ਦਿਖਾਵੇ ਵਾਸਤੇ ਨਹੀਂ ਰੱਖੇ ਹੋਏ। ਸਤਿਗੁਰੂ ਵਾਕਈ ਐਡੇ ਮਹਾਬਲੀ ਹਨ। ਸਤਿਗੁਰੂ ਨੇ ਇਹਨਾਂ ਦਾ ਸ਼ੰਕਾ ਤਾਂ ਦੂਰ ਕਰ ਦਿੱਤਾ, ਪਰ ਦੂਸਰੇ ਹੀ ਪਲ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਜ਼ੋਰ ਦੇ ਨਾਲ ਇਹ ਚਿੱਲੇ ਖਿੱਚੇ ਸਨ ਤੀਰ ਕਮਾਣਾਂ ਦੇ, ਸਾਧ ਸੰਗਤ ਜੀ ਸਤਿਗੁਰੂ ਜੀ ਦਾ ਜ਼ਖਮ ਹਾਲੇ ਅੱਲਾ ਸੀ।
ਉਸ ਅੱਲੇ ਜ਼ਖਮ ਦੇ ਵਿੱਚੋਂ ਖੂਨ ਦੇ ਫੁਹਾਰੇ ਫੁੱਟ ਪਏ। ਤ੍ਰਿਪ ਤ੍ਰਿਪ ਕਰਕੇ ਸਾਧ ਸੰਗਤੀਓ ਜਿਹੜੇ ਤੋਪੇ ਸੀ ਨਾ ਉਹ ਇੱਕ ਇੱਕ ਕਰਕੇ ਟੁੱਟ ਗਏ। ਪਹਿਲਾਂ ਨਾਲੋਂ ਵੀ ਵੱਡਾ ਜ਼ਖਮ ਸਤਿਗੁਰੂ ਜੀ ਦੇ ਸਰੀਰ ਵਿੱਚ ਖੁੱਲ੍ਹ ਗਿਆ। ਖੂਨ ਦੀਆਂ ਧਰਾਲਾਂ ਵਹਿ ਤੁਰੀਆਂ। ਇਹ ਜਿਹੜੇ ਅਹਿਲਕਾਰ ਆ ਬੜੇ ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਆਹ ਕੈਸਾ ਫੁਰਨਾ ਕਰ ਲਿਆ ਬੈਠਿਆਂ ਬੈਠਿਆਂ ਨੇ। ਤੁਹਾਡਾ ਜ਼ਖਮ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਸੀ, ਤੁਹਾਡਾ ਜ਼ਖਮ ਟੰਕੇ ਟੁੱਟ ਗਿਆ ਫਿਰ ਖੁੱਲ੍ਹ ਗਿਆ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ ਭਾਈ, ਤੁਸੀਂ ਚਲੇ ਜਾਓ। ਇਹਨਾਂ ਨੂੰ ਸਿਰੋਪਾਓ ਦੇ ਕੇ ਤੋਰ ਦਿੱਤਾ। ਸਤਿਗੁਰੂ ਨੇ ਇਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਆਪਣੇ ਸਰੀਰ ਦੇ ਉੱਤੇ ਇੰਨਾ ਕਸ਼ਟ ਝੱਲ ਕੇ ਸਾਧ ਸੰਗਤ ਜੀ ਇਹ ਚਿੱਲੇ ਜਿਹੜੇ ਹੈ ਖਿੱਚੇ ਦੋਵੇਂ ਕਮਾਣਾਂ ਦੇ। ਇੱਥੋਂ ਤੱਕ ਆਪਾਂ ਇਤਿਹਾਸ ਬੀਤੇ ਕੱਲ ਸਰਵਣ ਕਰ ਚੁੱਕੇ ਹਾਂ। ਗੁਰੂ ਦੀਆਂ ਸੰਗਤਾਂ ਨੇ ਪੱਟੀਆਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੁਣ ਕੋਈ ਇਹ ਬਹੁਤੀਆਂ ਪੱਟੀਆਂ ਪੁੱਟੀਆਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸਾਡਾ ਸੱਚਖੰਡ ਨੂੰ ਜਾਣ ਦਾ ਵੇਲਾ ਆ ਗਿਆ, ਸਮਾਂ ਆ ਗਿਆ। ਪੰਚਮੀ ਵਾਲੇ ਦਿਨ ਅਸੀਂ ਸੱਚਖੰਡ ਚਲੇ ਜਾਣਾ ਹੈ। ਤੁਸੀਂ ਸਾਰੇ ਚੰਦਨ ਦੀ ਲੱਕੜੀ ਮੰਗਾਓ, ਹੋਰ ਸਮੱਗਰੀ ਜੋ ਸੰਸਕਾਰ ਵਾਸਤੇ ਚਾਹੀਦੀ ਹੈ ਉਹ ਲਿਆ ਕੇ ਰੱਖ ਲਓ। ਉਸ ਤੋਂ ਪਹਿਲਾਂ ਅਸੀਂ ਇੱਕ ਬਹੁਤ ਵੱਡਾ ਬ੍ਰਹਮ ਭੋਜ ਲੰਗਰ ਲਾਉਣਾ ਚਾਹੁੰਦੇ ਹਾਂ। ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰੋ। ਸਤਿਗੁਰੂ ਨੇ ਖਜ਼ਾਨੇ ਵਿੱਚੋਂ ਬਹੁਤ ਸਾਰੀ ਮਾਇਆ ਦੇ ਕੇ ਗੁਰੂ ਕੇ ਸਿੱਖਾਂ ਨੂੰ ਆਖਿਆ ਕਿ ਤਿਆਰੀਆਂ ਕਰਵਾਓ। ਹਰ ਪ੍ਰਕਾਰ ਦੀਆਂ ਤਿਆਰੀਆਂ ਹੋ ਗਈਆਂ, ਕਈ ਤਰ੍ਹਾਂ ਦੇ ਖਾਣੇ ਤਿਆਰ ਹੋ ਗਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਹੁਣ ਸਭ ਕੁਝ ਤਿਆਰ ਹੈ ਤਾਂ ਇਸ ਤਰ੍ਹਾਂ ਕਰੋ ਕਿ ਚਾਰੇ ਹੀ ਵਰਨਾਂ ਦੇ ਚਾਰੇ ਹੀ ਆਸ਼ਰਮਾਂ ਦੇ ਲੋਕਾਂ ਨੂੰ ਇਹ ਗੁਰੂ ਕਾ ਲੰਗਰ ਛਕਣ ਵਾਸਤੇ ਨਿਉਂਦਾ ਦਿਓ। ਸਾਰਿਆਂ ਨੂੰ ਬੁਲਾਓ। ਗੁਰੂ ਕੇ ਸਿੱਖ ਭੱਜ ਭੱਜ ਕੇ ਗਏ। ਜਿੱਥੇ ਜਿੱਥੇ ਜਿਹਨੂੰ ਕੋਈ ਸਾਧੂ ਸੰਤ ਮਹਾਤਮਾ ਗ੍ਰਸਤੀ ਅਤੀਤ ਜਿਹੜਾ ਵੀ ਮਿਲਿਆ ਸੁਨੇਹੇ ਦੇ ਦਿੱਤੇ ਗਏ ਕਿ ਸਤਿਗੁਰੂ ਸਾਹਿਬ ਜੀ ਨੇ ਲੰਗਰ ਲਾਇਆ, ਸਾਰੇ ਆ ਕੇ ਛਕੋ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਭੋਜ ਵਰਤਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਨਾਲ ਹੀ ਸੱਚਖੰਡ ਨੂੰ ਜਾਣ ਦੀ ਤਿਆਰੀ ਕੀਤੀ ਹੈ। ਇਸ ਤੋਂ ਅੱਗੇ ਜਿਵੇਂ ਇਤਿਹਾਸ ਆ ਰਿਹਾ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਵਰਣਾਸ਼ਰਮ ਕੀ ਪੰਗਤਾਂ। ਵੱਖ ਵੱਖ ਵਰਣਾਂ ਦੀਆਂ, ਖੱਤਰੀਆਂ ਬ੍ਰਾਹਮਣਾਂ ਸ਼ੂਦਾਂ ਵੈਸ਼ਾਂ ਦੀਆਂ ਅਤੇ ਵੱਖ ਵੱਖ ਆਸ਼ਰਮਾਂ ਵਾਲਿਆਂ ਦੀਆਂ ਸਾਧ ਸੰਗਤ ਜੀ ਪੰਗਤਾਂ ਲੱਗ ਗਈਆਂ। ਸਾਰੇ ਵੱਖ ਵੱਖ ਪੰਗਤਾਂ ਦੇ ਵਿੱਚ ਲੰਗਰ ਛਕਾਉਣ ਵਾਸਤੇ ਬਿਠਾ ਲਏ। ਬਹੁਤ ਹੀ ਆਦਰ ਸਤਿਕਾਰ ਦੇ ਸਹਿਤ ਗੁਰੂ ਕੇ ਸਿੱਖ ਸਭ ਨੂੰ ਭੋਜਨ ਵਰਤਾ ਰਹੇ ਹਨ। ਭੋਜਨ ਵਰਤਾਉਣ ਤੋਂ ਪਹਿਲਾਂ ਸਾਰਿਆਂ ਦੇ ਹੱਥਾਂ ਦੇ ਉੱਤੇ ਨੀਰ ਜਲ ਪਾਇਆ, ਸਭ ਦੇ ਹੱਥ ਸੁੱਚੇ ਕਰਵਾਏ। ਸਭ ਤੋਂ ਪਹਿਲਾਂ ਥਾਲਾਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਬਹੁਤ ਜਲਦੀ ਜਲਦੀ ਗੁਰੂ ਕੇ ਸਿੱਖ ਚਾਰੇ ਪਾਸੇ ਘੁੰਮ ਕੇ ਵਰਤਾ ਰਹੇ ਹਨ। ਫਿਰ ਪੂੜੇ ਮਾਲ ਪੂੜੇ ਪੂਰੀਆਂ ਕਚੌਰੀਆਂ ਇਤਿਆਦਿਕ ਵਰਤਾਏ ਗਏ। ਬੜੇ ਪਕੌੜੇ ਇਸੇ ਪ੍ਰਕਾਰ ਦਹੀਂ ਭੱਲੇ ਇਤਿਆਦਿਕ ਸਾਰੇ ਜਗ੍ਹਾ ਦੇ ਉੱਤੇ ਵਰਤਾਏ ਗਏ। ਸਤਿਗੁਰੂ ਸਾਹਿਬ ਜੀ ਨੇ ਜਿਹੜਾ ਜੱਗ ਕੀਤਾ ਹੈ, ਲੰਗਰ ਲਾਇਆ ਹੈ, ਉਹਦੇ ਵਿੱਚ ਜਿਹੜਾ ਭੋਜਨ ਵਰਤ ਰਿਹਾ ਬੜਾ ਸਵਾਦਲਾ ਹੈ। ਸਾਰੇ ਲੋਕ ਜਿਹੜੇ ਛਕ ਰਹੇ ਆ ਛਕ ਛਕ ਕੇ ਸਰਾਹਨਾ ਕਰਦੇ ਆ, ਸਲਾਹੁਤਾ ਕਰਦੇ ਆ ਵੀ ਇਹ ਭਿੰਨ ਭਿੰਨ ਪ੍ਰਕਾਰ ਦੇ ਜਿਹੜੇ ਖਾਣੇ ਬਣਾਏ ਆ ਬੜੇ ਸਵਾਦਿਸ਼ਟ ਹਨ। ਰੁਚੀ ਦੇ ਮੁਤਾਬਕ ਜਿਹਨੂੰ ਜਿੰਨਾ ਜਿੰਨਾ ਚਾਹੀਦਾ ਸਾਰਿਆਂ ਦੇ ਅੱਗੇ ਗੁਰੂ ਕੇ ਸਿੱਖ ਧਰ ਰਹੇ ਹਨ, ਵਰਤਾ ਰਹੇ ਹਨ। ਜਿਹੜੇ ਤ੍ਰਿਪਤ ਵੀ ਹੋ ਗਏ, ਖਾ ਖਾ ਕੇ ਰੱਜ ਵੀ ਗਏ, ਛਕ ਛਕ ਕੇ ਤਸੱਲੀ ਵੀ ਜਿਨ੍ਹਾਂ ਦੀ ਹੋ ਗਈ, ਪਰ ਭੋਜਨ ਇੰਨਾ ਸਵਾਦਲਾ ਫਿਰ ਵੀ ਹੋਰ ਛਕ ਰਹੇ ਹਨ। ਬਹੁਤ ਜਲਦੀ ਨਾਲ ਪਰੋਸਣਹਾਰੇ ਵਰਤਾਉਣ ਵਾਲੇ ਜਿਹੜੇ ਸਿੱਖ ਹੈ ਪੰਗਤਾਂ ਦੇ ਵਿੱਚ ਤੁਰੇ ਫਿਰਦੇ ਹਨ। ਸਾਰਿਆਂ ਨੂੰ ਉਚਾਰਨ ਕਰ ਰਹੇ ਹੈ, ਭਾਈ ਆ ਗੁਰੂ ਕਾ ਲੰਗਰ ਲੈ ਲਓ, ਦਾਲਾਂ ਲੈ ਲਓ, ਪ੍ਰਸ਼ਾਦਾ ਲੈ ਲਓ, ਖੀਰ ਲੈ ਲਓ, ਕੜਾਹ ਪ੍ਰਸ਼ਾਦ ਲੈ ਲਓ। ਇਸ ਪ੍ਰਕਾਰ ਵਰਤਾਉਂਦੇ ਹਨ ਆਵਾਜ਼ਾਂ ਦੇ ਦੇ ਕੇ।
ਮਨ ਭਾਉਂਦਾ ਸਭ ਨੂੰ ਭੋਜਨ ਦਿੱਤਾ, ਗੁਰੂ ਕੇ ਸਿੱਖਾਂ ਨੇ ਵਰਤਾਇਆ। ਆਜੀ ਰੀਤ ਅਜਮਨੋ ਕੀਨ ਸਭ ਨੇ ਬਹੁਤ ਚੰਗੀ ਰੀਤੀ ਦੇ ਨਾਲ ਸਭ ਨੇ ਛਕਿਆ ਛਕਾਇਆ। ਸਵਾਦ ਪਾਏ ਸਭ ਹੂਨ ਹੈ ਸਭ ਨੇ ਚੰਗਾ ਸਵਾਦ ਪਾ ਕੇ ਭੋਜਨ ਦਾ ਸਰਉਤਾ ਕੀਤੀ, ਵਡਿਆਈ ਕੀਤੀ। ਪਾਨ ਪਕਾਰੈ ਤ੍ਰਿਪਤੀ ਪਾਰੈ ਔਰ ਭੋਜਨ ਛਕ ਕੇ ਸਾਰੇ ਬੜੇ ਤ੍ਰਿਪਤ ਹੋਏ, ਸਭ ਦੇ ਮਨ ਦੀ ਬੜੀ ਤਸੱਲੀ ਹੋਈ ਤੇ ਪਾਨ ਪਖਾਰੇ ਸਭ ਨੇ ਹੱਥ ਧੋਤੇ ਸਾਫ਼ ਕਰ ਲਏ। ਸੋ ਜਸ ਕਰਤ ਗੁਰ ਕੋ ਲੈ ਦਰਸ਼ਨ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਵਡਿਆਈ ਕਰਦੇ ਹੋਇਆਂ ਨੇ ਸਭ ਨੇ ਸਤਿਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਕਦਮ ਕਦਮ ਕੋ ਹਾਥ ਸਪਰਸ਼ਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹੱਥ ਲਾ ਲਾ ਕੇ ਸਭ ਨੇ ਸਪਰਸ਼ ਕੀਤਾ, ਮੱਥਾ ਟੇਕਿਆ। ਆਪ ਆਪਣੇ ਥਾਨ ਪਧਾਰੀ ਆਪੋ ਆਪਣੀ ਜਗ੍ਹਾ ਦੇ ਉੱਤੇ ਸਾਰੇ ਵਾਪਸ ਚਲੇ ਗਏ। ਸੋਦਨ ਕਿਤਿਓ ਦੇਤ ਆਰੀ ਸੋ ਉਹ ਚੌਥ ਵਾਲਾ ਜਿਹੜਾ ਸਾਰਾ ਦਿਨ ਸੀ ਇਉਂ ਭੋਜਨ ਪ੍ਰਸ਼ਾਦਾ ਛਕਦਿਆਂ ਛਕਾਉਂਦਿਆਂ ਬਤੀਤ ਹੋਇਆ। ਸਭ ਕੇ ਸੰਗ ਭਣੀ ਗੁਰਬਾਣੀ ਸ਼ਾਮ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਖਾਲਸਿਆਂ ਨੂੰ, ਸਿੱਖ ਸੰਗਤਾਂ ਨੂੰ ਇਹ ਗੁਰਬਾਣੀ ਆਖੀ, ਇਹ ਗੁਰਵਾਕ ਆਖੇ। ਸਿਮਰੋ ਪਰਮੇਸ਼ਵਰ ਗੁਣ ਖਾਨੀ ਇਹ ਭਾਈ ਪਰਮੇਸ਼ਰ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦੀ ਖਾਣ ਹੈ, ਉਸ ਦਾ ਸਿਮਰਨ ਕਰੋ ਸਾਰੇ। ਰਾਧ ਪੰਚਮੀ ਸੁਰ ਗੁਰਵਾਰ ਹਾਂ, ਕੱਲ ਨੂੰ ਸਵੇਰ ਨੂੰ ਪੰਚਮੀ ਦਾ ਦਿਨ ਹੈ ਤੇ ਵੀਰਵਾਰ ਦਾ ਸ਼ੁਭ ਦਿਹਾੜਾ ਹੈ। ਦਿਵਸ ਪਲ ਔਰ ਲੀਨ ਵਿਚਾਰ ਕੱਲ ਦਾ ਦਿਨ ਜਿਹੜਾ ਅਸੀਂ ਬਹੁਤ ਭਲਾ ਚੰਗਾ ਜਾਣਿਆ, ਹਿਰਦੇ ਵਿੱਚ ਤੁਸੀਂ ਵੀ ਵਿਚਾਰੋ ਕਿ ਸੋਹਣਾ ਦਿਨ ਹੋਵੇਗਾ। ਹੋਏ ਤਿਆਰੀ ਹਮਰੀ ਪਰਲੋਕ ਕੱਲ ਨੂੰ ਸਾਡੀ ਪਰਲੋਕ ਜਾਣ ਦੀ, ਸੱਚਖੰਡ ਜਾਣ ਦੀ ਤਿਆਰੀ ਹੈ। ਹਰੋ ਅਨੰਦਨ ਕੀਜੈ ਸ਼ੋਕ ਗੁਰੂ ਕੇ ਸਿੱਖੋ, ਸਾਡੇ ਜਾਣ ਦੀ ਗੱਲ ਸੁਣ ਕੇ, ਖਬਰ ਸੁਣ ਕੇ ਤੁਸੀਂ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਰੱਖੋ, ਕੋਈ ਸ਼ੋਕ, ਕੋਈ ਅਫਸੋਸ ਨਾ ਧਾਰਨ ਕਰੋ, ਬਲਕਿ ਆਨੰਦ ਦੇ ਵਿੱਚ ਰਹੋ। ਜਾਗਰਣ ਕਰੋ ਜਪੋ ਗੁਰਬਾਣੀ ਔਰ ਸੌਵੋ ਨਾ, ਸੌਂ ਕੇ ਸਮਾਂ ਬਤੀਤ ਨਾ ਕਰੋ। ਅੱਜ ਦੀ ਰਾਤ ਜਾਗਰਣ ਕਰ ਲਓ, ਜਾਗ ਜਾਗ ਕੇ ਗੁਰੂ ਕੀ ਬਾਣੀ ਪੜ੍ਹੋ। ਸੰਜਰਿਓ ਸਭ ਸੌਜ ਮਹਾਨੀ ਔਰ ਜੋ ਵਸਤੂਆਂ ਅਸੀਂ ਸਾਜੋ ਸਮਾਨ ਸਮੱਗਰੀ ਕਿਹਾ ਉਹ ਇਕੱਤਰ ਕਰ ਲਵੋ। ਚੰਦਨ ਆਦ ਸਗਲ ਹੀ ਜਾਈ ਜਿਹੜਾ ਗੁਰੂ ਕੇ ਸਿੱਖੋ ਅਸੀਂ ਤੁਹਾਨੂੰ ਕਿਹਾ ਚੰਦਨ, ਹੋਰ ਸੁਗੰਧੀ ਦੀਆਂ ਵਸਤੂਆਂ ਇਤਿਆਦਿਕ ਕੀ ਤੁਸੀਂ ਲੈ ਆਏ ਹੋ ਕਿਦੋ ਨਹੀਂ ਸੁਧ ਦੇਹੋ ਬਤਾਈ ਜਾਂ ਹਲੇ ਤੁਸੀਂ ਨਹੀਂ ਲਿਆਂਦਾ? ਸਾਨੂੰ ਖਬਰ ਲੈ ਕੇ ਪਤਾ ਕਰਕੇ ਦੱਸੋ। ਸੰਤੋਖ ਸਿੰਘ ਸੁਰਲੀਨ ਉਸ ਵੇਲੇ ਭਾਈ ਸੰਤੋਖ ਸਿੰਘ ਨੇ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਖਬਰਸਾਰ ਲਈ ਪਤਾ ਕੀਤਾ। ਜੈ ਕੈ ਫਿਰ ਕਰ ਹੋਰ ਰਕੀਨ ਇਧਰ ਉਧਰ ਤੁਰ ਫਿਰ ਕੇ ਉਹਨੇ ਹੇਰ ਨਾ ਕੀਤਾ, ਦੇਖਿਆ ਜੋ ਜੋ ਵਸਤ ਪਹੁੰਚ ਆਈ ਜਿਹੜੀ ਜਿਹੜੀ ਵਸਤੂ ਪਹੁੰਚ ਗਈ ਸੀ ਲੈ ਆਂਦੀ ਗਈ ਸੀ। ਹਰੀ ਨਿਵੇਦਨ ਕਰ ਟਿਕ ਜਾਈ ਸਤਿਗੁਰੂ ਸਾਹਿਬ ਜੀ ਕੋਲ ਜਾ ਕੇ ਨਿਵੇਦਨ ਕੀਤਾ, ਬੇਨਤੀ ਕੀਤੀ, ਦੱਸ ਦਿੱਤਾ। ਪ੍ਰਭ ਜੀ ਸੌ ਮਨ ਚੰਦਨ ਆਇਓ ਮਹਾਰਾਜ ਸੱਚੇ ਪਾਤਸ਼ਾਹ 100 ਮਣ ਚੰਦਰ ਦੀ ਲੱਕੜੀ ਅਸੀਂ ਲੈ ਆਂਦੀ ਹੈ। ਅਤਰ ਗੁਲਾਬ ਧਰਿਓ ਸੁਮਦਾਇਓ ਬਾਕੀ ਹੋਰ ਸੁਗੰਧੀ ਵਾਲੀਆਂ ਵਸਤੂਆਂ, ਅਤਰ, ਗੁਲਾਬ, ਇਹ ਵੀ ਸਭ ਕੁਝ ਲਿਆ ਰੱਖਿਆ ਹੈ। ਸੋਖ ਮੰਜੀਰ ਮੋਰ ਬਹੁ ਕੀਰਾ ਤੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੀ ਮਹੀਨ ਕੱਪੜਾ, ਬੜਾ ਮਹਿੰਗਾ ਕੱਪੜਾ, ਬੜਾ ਸੁੰਦਰ ਕੱਪੜਾ ਵੀ ਲਿਆਂਦਾ ਹੈ, ਬਹੁ ਮੁੱਲ ਦਾ। ਸੀਵਨ ਹਾਰ ਸੁਤੇ ਸੁਤੇਰਾ ਸੀਵਣ ਵਾਲਾ, ਇਹਨਾਂ ਕੱਪੜਿਆਂ ਨੂੰ ਬਣਾਉਣ ਵਾਲਾ ਦਰਜੀ ਇਸ ਵੇਲੇ ਤੁਹਾਡੀ ਪੁਸ਼ਾਕ ਸੀ ਰਿਹਾ ਹੈ। ਰਾਤ ਹੋਤ ਲਗ ਪੌਸ਼ਤ ਸਾਰੀ ਸਵੇਰ ਹੋਣ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਾਰੇ ਵਸਤਰ, ਆਪ ਦੀ ਸਾਰੀ ਪੁਸ਼ਾਕ ਤਿਆਰ ਹੋ ਜਾਵੇਗੀ। ਬਨੇ ਨਵੀਨ ਆਪ ਕੀ ਤਿਆਰੀ ਇਉਂ ਮਹਾਰਾਜ ਸੱਚੇ ਪਾਤਸ਼ਾਹ ਨਵੀਨ ਵਸਤਰ ਆਪ ਜੀ ਦੇ ਤਿਆਰ ਹੋ ਜਾਣਗੇ ਤੇ ਆਪ ਜੀ ਵੱਲੋਂ ਜੋ ਹੁਕਮ ਕੀਤਾ ਗਿਆ ਉਸ ਮੁਤਾਬਕ ਸਾਰੀ ਤਿਆਰੀ ਹੋ ਚੁੱਕੀ ਹੈ। ਭਾਰ ਪੁਛਾ ਕੋ ਆਨੰਦ ਰਾਇਓ ਤੇ ਕੁਛਾ ਜਿਹੜਾ ਘਾਦਕ ਹੈ ਉਹ ਵੀ ਬਹੁਤ ਸਾਰਾ ਲਿਆ ਕੇ ਰੱਖ ਲਿਆ ਹੈ। ਯਾ ਦਿਨ ਕਿਰਤ ਕੋ ਪੁੰਜ ਨਾਇਓ
ਇਸੇ ਤਰ੍ਹਾਂ ਜੌਂ ਤਿਲ ਘਿਓ ਇਤਿਆਦਿ ਇਹ ਵੀ ਭਾਰੀ ਮਾਤਰਾ ਵਿੱਚ ਲੈ ਆਏ ਹਾਂ। ਇਤਿਆਦਿਕ ਸਭ ਵਸਤ ਬਤਾਈ। ਇਤਿਆਦਿਕ ਜਿਹੜੀਆਂ ਜਿਹੜੀਆਂ ਵਸਤੂਆਂ ਲੈ ਕੇ ਆਏ ਸਨ ਸਾਰੀਆਂ ਸਤਿਗੁਰੂ ਸਾਹਿਬ ਜੀ ਨੂੰ ਦੱਸ ਦਿੱਤੀਆਂ। ਦੀਪ ਮਾਲ ਜੈ ਕੈ ਕਰਵਾਈ। ਸਤਿਗੁਰੂ ਨੇ ਹੁਕਮ ਕਰਕੇ ਜਿੱਥੇ ਕਿਤੇ ਇੱਧਰ ਉੱਧਰ ਸਾਰੇ ਦੀਪਮਾਲਾ ਕਰਵਾਈ, ਦੀਵਿਆਂ ਦੀਆਂ ਲੜੀਆਂ ਜਗਾਈਆਂ ਗਈਆਂ। ਪੌਰ ਪੌਰ ਪਰ ਘਰ ਘਰ ਪਰ ਧਰ। ਹਾਂ, ਹਰੇਕ ਪੌੜ ਪੌੜ, ਹਰੇਕ ਦਰਵਾਜ਼ੇ ਦੇ ਉੱਤੇ, ਹਰੇਕ ਘਰ ਦੇ ਉੱਤੇ, ਬਨੇਰਿਆਂ ਦੇ ਉੱਤੇ, ਥਾਂ ਥਾਂ ਦੇ ਉੱਤੇ ਘਿਓ ਦੇ ਦੇਸੀ ਘਿਓ ਦੇ ਦੀਵੇ ਜਗਾਏ ਗਏ। ਕਰਿਓ ਪ੍ਰਕਾਸ਼ ਤਿਮਰ ਕੋ ਪਰ ਹਰੇ। ਔਰ ਇਸ ਪ੍ਰਕਾਰ ਪ੍ਰਕਾਸ਼ ਕੀਤਾ ਗਿਆ, ਚਾਨਣਾ ਕੀਤਾ ਗਿਆ, ਹਨੇਰਾ ਦੂਰ ਕੀਤਾ ਗਿਆ ਰਾਤ ਦੇ ਵੇਲੇ। ਜੈ ਜੈ ਗੁਰਬਾਣੀ ਕੋ ਜਪੈ। ਜਿੱਥੇ ਕਿਤੇ ਨਜ਼ਰ ਪੈਂਦੀ ਹੈ ਗੁਰੂ ਕੇ ਸਿੰਘ ਸਤਿਗੁਰੂ ਦਾ ਬਚਨ ਮੰਨ ਕੇ ਗੁਰਬਾਣੀ ਦਾ ਜਾਪ ਕਰ ਰਹੇ ਹਨ। ਪ੍ਰੇਮ ਪਰਮੇਸ਼ਰ ਕੋ ਮਨ ਕੇ ਮਨ ਰਪੈ। ਸਾਰਿਆਂ ਦਾ ਮਨ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਹੋਇਆ, ਉਹਦੇ ਨਾਲ ਰੰਗਿਆ ਹੋਇਆ ਹੈ। ਤੇਰੇ ਅਕੰਤ ਆਪ ਭਗਵੰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਇੱਕ ਇਕਾਂਤ ਜਗ੍ਹਾ ਦੇ ਉੱਤੇ ਵਿਰਾਜਮਾਨ ਹੋਏ। ਮਿਲੇ ਪੁੰਜ ਸਿਵ ਸੰਤ ਮਹੰਤ। ਬਹੁਤ ਸਾਰੇ ਸਿੱਖ, ਬਹੁਤ ਸਾਰੇ ਸਾਧੂ ਸੰਤ ਮਹਾਤਮਾ ਸਤਿਗੁਰੂ ਜੀ ਨੂੰ ਆ ਕੇ ਮਿਲੇ। ਦੁਰਲਭ ਦਰਸ਼ਨ ਕਰ ਲਿਓ ਅਬੈ। ਇੱਕ ਦੂਜੇ ਨੂੰ ਪ੍ਰੇਰਨਾ ਕਰਦੇ ਹੋਏ ਕਹਿ ਰਹੇ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਇਹ ਦੁਰਲਭ ਹੈ, ਇਹ ਮੁੜ ਕੇ ਆਪਾਂ ਨੂੰ ਨਸੀਬ ਨਹੀਂ ਹੋਣੇ। ਸਤਿਗੁਰੂ ਨੇ ਸੱਚਖੰਡ ਚਲੇ ਜਾਣਾ ਹੈ, ਇਸ ਕਰਕੇ ਭਾਈ ਸਾਰੇ ਆ ਕੇ ਸਤਿਗੁਰੂ ਸਾਹਿਬ ਦੇ ਜਾਂਦੀ ਵੇਰ ਦਰਸ਼ਨ ਕਰ ਲਵੋ। ਕਹਿ ਆਪਸ ਮੈਂ ਪਹੁੰਚੇ ਸਬੈ। ਇਉਂ ਆਪਸ ਦੇ ਵਿੱਚ ਕਹਿੰਦੇ ਕਹਾਉਂਦੇ ਹੋਏ ਸਾਰੇ ਪਹੁੰਚ ਗਏ। ਰਾਤ ਬਿਤਾਈ ਜਾਗਰਣ ਕਰਕੇ। ਸਾਰੀ ਰਾਤ ਗੁਰੂ ਕੇ ਸਿੱਖਾਂ ਨੇ ਜਾਗਰਣ ਕਰਕੇ ਹੀ ਇਉਂ ਰਾਤ ਬਤੀਤ ਕੀਤੀ, ਰੱਬੀ ਬਾਣੀ ਪੜ੍ਹਦਿਆਂ ਹੋਇਆਂ। ਸਤਿਗੁਰ ਕੇ ਗੁਣ ਸਿਮਰ ਸਿਮਰ ਕੇ। ਸਤਿਗੁਰੂ ਸਾਹਿਬ ਜੀ ਦੇ ਸੁੰਦਰ ਗੁਣਾਂ ਨੂੰ ਸਿਮਰ ਸਿਮਰ ਕੇ ਸਤਿਗੁਰੂ ਜੀ ਦੀ ਵਡਿਆਈ ਕਰ ਕਰਕੇ ਰਾਤ ਬਤੀਤ ਕੀਤੀ। ਜਾਮ ਰਹੀ ਜਗ ਸ਼ੌਚ ਇਸ਼ਨਾਨੇ। ਜਦੋਂ ਇੱਕ ਪਹਿਰ ਰਾਤ ਬਾਕੀ ਰਹਿ ਗਈ, ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਉਸ ਵੇਲੇ ਸਭ ਨੇ ਸ਼ੌਚਾਚਾਰ ਕੀਤਾ, ਇਸ਼ਨਾਨ ਕੀਤਾ, ਤਨ ਦੀ ਸ਼ੁੱਧੀ ਕੀਤੀ। ਸ੍ਰੀ ਪ੍ਰਭ ਕਰ ਕੈ ਲਾਇ ਸਤਿਆਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਧਿਆਨ ਲਾਇਆ। ਸਤ ਚੇਤਨ ਆਨੰਦ ਵਿਸਲਾ। ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਤ ਸਰੂਪ ਹੈ, ਜਿਹਦਾ ਤਿੰਨੇ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ, ਤ੍ਰੈ ਕਾਲ ਅਬਾਦਤਵੰ ਸਤਤਵੰ, ਜਿਹੜਾ ਵਰਤਮਾਨ ਵਿੱਚ ਵੀ ਸੱਚ ਹੈ, ਬੀਤੇ ਕਾਲ ਵਿੱਚ, ਭੂਤ ਕਾਲ ਵਿੱਚ ਵੀ ਸੱਚ ਸੀ, ਤੇ ਭਵਿੱਖਤ ਸਮੇਂ ਵਿੱਚ, ਆਉਣ ਵਾਲੇ ਸਮੇਂ ਵਿੱਚ ਵੀ ਜੋ ਸੱਤ ਹੋਵੇਗਾ। ਔਰ ਇਸ ਤਰ੍ਹਾਂ ਜਿਹਦੀ ਚੇਤਨ ਸੱਤਾ ਹੈ, ਇਸੇ ਪ੍ਰਕਾਰ ਜੋ ਆਨੰਦ ਸਰੂਪ ਹੈ। ਨਿਜ ਸਰੂਪ ਮਨ ਤੇਰੇ ਕਿਰਪਾਲਾ। ਸਤਿਗੁਰੂ ਜੀ ਆਪਣੇ ਉਸ ਨਿਜ ਸਰੂਪ ਦਾ ਧਿਆਨ ਲਾ ਕੇ ਉਹਦੇ ਵਿੱਚ ਸਥਿਤ ਹੋਏ, ਟਿਕੇ ਹੋਏ ਬੈਠੇ ਹਨ। ਨਭ ਸਮ ਵਿਆਪਕ ਜੋ ਸਭ ਮਾਹੀ। ਵਾਹਿਗੁਰੂ ਪਰਮੇਸ਼ਰ ਜਿਹੜਾ ਆਕਾਸ਼ ਦੇ ਵਾਂਗੂ ਹਰ ਇੱਕ ਦੇ ਜਗ੍ਹਾ ਦੇ ਉੱਤੇ ਵਿਆਪਕ ਹੈ, ਸਭ ਦੇ ਵਿੱਚ ਵਿਆਪਕ ਹੈ। ਅਸ ਪ੍ਰਮਾਤਮਾ ਬਿਨ ਕੋ ਨਾਹੀ। ਐਸੇ ਪ੍ਰਮਾਤਮਾ ਬਿਨਾਂ ਹੋਰ ਕੋਈ ਨਹੀਂ ਜਿਹੜਾ ਹਰ ਜਗ੍ਹਾ ਵਿਆਪਕ ਹੋਵੇ। ਭੂਤ ਭਵਿਖ ਨਾਸ਼ ਪ੍ਰਣਾਮ। ਜਿਹਦਾ ਤਿੰਨੇ ਕਾਲਾਂ ਵਿੱਚ, ਭੂਤ ਕਾਲ, ਵਰਤਮਾਨ ਕਾਲ, ਭਵਿੱਖਤ ਕਾਲ, ਤਿੰਨੇ ਕਾਲਾਂ ਦੇ ਵਿੱਚ ਕਦੇ ਨਾਸ਼ ਨਹੀਂ ਹੁੰਦਾ, ਤੇ ਪ੍ਰਣਾਮ ਜਿਹਦੇ ਵਿੱਚ ਬਦਲਾਅ ਨਹੀਂ ਹੈ, ਇੱਕੋ ਜਿਹਾ ਰਹਿੰਦਾ ਹੈ। ਜਾਂ ਤੇ ਸਤ ਕੈਤ ਸ਼ਤੁ ਸ਼ਰਤ ਨਾਮ। ਇਸ ਕਰਕੇ ਸ਼ਰੂਤੀਆਂ, ਧਰਮ ਗ੍ਰੰਥ, ਜਿਹੜੇ ਵੇਦ ਹਨ, ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਤ ਆਖਦੇ ਹਨ। ਮਾਇਆ ਜਗਤ ਅਵਿਦਿਆ ਆਦ। ਮਾਇਆ, ਸੰਸਾਰ ਅਤੇ ਅਵਿਦਿਆ ਆਦਿਕ। ਜਿਸ ਬੀਨ ਗੜ ਸਹਿਤ ਵਿਖਾਦ। ਜਿਸ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਇਹ ਜਿਹੜਾ ਸਾਰਾ ਹੀ ਸਭ ਕੁਝ ਜੜ ਹੈ, ਇਹ ਕਿਰਿਆ ਨਹੀਂ ਕਰ ਸਕਦੇ, ਹਿਲ ਜੁਲ ਨਹੀਂ ਸਕਦੇ। ਵਿਖਾਦ, ਇਹ ਸਾਧ ਸੰਗਤ ਜੀ ਇਹਨਾਂ ਵਿੱਚ ਚੇਸ਼ਟਾ ਨਹੀਂ ਆਉਂਦੀ। ਮੇਰ ਭੈ ਦੇ ਦੇ ਜਤੇਕ। ਉਹ ਵਾਹਿਗੁਰੂ ਦੀ ਚੇਤਨ ਸੱਤਾ ਦੇ ਮੇਲ ਕਰਕੇ ਹੀ ਜਿੰਨੀਆਂ ਦੇਹਾਂ ਹਨ, ਕਿਰਿਆਵਾਨ ਹਵੈ ਸਹਿਤ ਵਿਵੇਕ। ਸਾਰੀਆਂ ਦੇਹਾਂ ਉਹ ਵਾਹਿਗੁਰੂ ਦੀ ਜੋਤ ਦੇ ਨਾਲ, ਉਹਦੀ ਚੇਤਨ ਸੱਤਾ ਦੇ ਨਾਲ ਹੀ ਕਿਰਿਆਵਾਨ ਹੁੰਦੀਆਂ ਹਨ ਤੇ ਗਿਆਨ ਸਹਿਤ ਹੁੰਦੀਆਂ ਹਨ। ਜਾਂ ਤੇ ਚੇਤਨ ਨਾਮ ਬਤਾਵੇ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤਨ ਦੱਸਿਆ ਜਾਂਦਾ ਹੈ। ਮਨ
ਆਦਿਕ ਚੰਚਲ ਵੈ ਜਾਵੇਂ। ਜਿਸ ਵਾਹਿਗੁਰੂ ਦੀ ਚੇਤਨਤਾ ਦੇ ਨਾਲ ਮਨ ਆਦਿਕ ਇਹ ਜਿੰਨੇ ਸਰੀਰਕ ਅੰਗ ਹਨ, ਸਰੀਰਕ ਇੰਦਰੇ ਹਨ, ਇਹਨਾਂ ਵਿੱਚ ਸਤਾ ਸਫੁਰਤਾ ਆਉਂਦੀ ਹੈ। ਜਿਸ ਬਹੀਨ ਦੁਖ ਸਗਰੇ ਹੇਰੀ। ਜਿਸ ਵਾਹਿਗੁਰੂ ਪਰਮੇਸ਼ਰ ਜੋ ਆਨੰਦ ਸਰੂਪ ਹੈ, ਉਹਦੇ ਤੋਂ ਬਿਨਾ, ਉਸ ਦੇ ਆਨੰਦ ਤੋਂ ਬਿਨਾ ਬਾਕੀ ਸਾਰੇ ਦੁੱਖ ਹੀ ਦੁੱਖ ਦੇਖੇ ਜਾਂਦੇ ਹਨ। ਵਿਸ਼ਿਆ ਆਨੰਦ ਬੂੰਦ ਜਿਸ ਫੇਰੀ। ਵਿਸ਼ਿਆਂ ਦਾ ਆਨੰਦ ਜਿਹੜਾ ਉਹ ਇੱਕ ਬੂੰਦ ਮਾਤਰ ਹੈ, ਪਰ ਉਹ ਵਾਹਿਗੁਰੂ ਪਰਮੇਸ਼ਰ ਉਹ ਮਹਾ ਆਨੰਦ ਦਾ ਸੋਮਾ ਹੈ। ਸੋ ਆਨੰਦ ਕੋ ਉਦਤ ਪਾਰਾ। ਉਹ ਵਾਹਿਗੁਰੂ ਪਰਮੇਸ਼ਰ ਆਨੰਦ ਦਾ ਵਿਸ਼ਾਲ ਸਾਗਰ ਹੈ। ਇਸ ਮੈਂ ਪ੍ਰਗਟ ਕੀ ਇੱਕ ਸਾਰਾ। ਉਸ ਵਾਹਿਗੁਰੂ ਦੇ ਵਿੱਚ ਜਿਨ੍ਹਾਂ ਦੀ ਬ੍ਰਿਤੀ ਟਿਕ ਗਈ ਹੈ, ਇੱਕ ਸਾਰ ਇੱਕ ਰਸ ਨਿਰੰਤਰ ਟਿਕ ਜਾਂਦੀ ਹੈ। ਜੋ ਮਾਨਵ ਗਿਆਨ ਵਿਨਾਸ਼ੀ। ਔਰ ਜਿਹੜੇ ਮਾਨਵ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਕੇ ਉਹ ਬਿਰਤੀ ਨੂੰ ਟਿਕਾ ਲੈਂਦੇ ਆ, ਉਹਨਾਂ ਦਾ ਅਗਿਆਨ ਵਿਨਾਸ਼ ਹੋ ਜਾਂਦਾ ਹੈ। ਆਏ ਕਿਰਪਾ ਸਮਝੈ ਗੁਰ ਆਛੀ। ਫਿਰ ਜਿਨ੍ਹਾਂ ਦਾ ਅਗਿਆਨਤਾ ਦੂਰ ਹੋ ਗਈ, ਉਹ ਸਤਿਗੁਰੂ ਦੀ ਕਿਰਪਾ ਨੂੰ ਪਾ ਕੇ ਇਸ ਆਸ਼ੇ ਨੂੰ, ਇਸ ਉਦੇਸ਼ ਨੂੰ ਸਮਝ ਜਾਂਦੇ ਹਨ। ਬਿਰਦਸਤੋ ਤੇ ਦੀਨ ਹਟਾਈ। ਜਿਨ੍ਹਾਂ ਨੇ ਸਾਧ ਸੰਗਤ ਜੀ ਸਥੂਲ ਸਰੀਰ ਤੋਂ ਆਪਣੀ ਬਿਰਤੀ ਨੂੰ ਹਟਾ ਲਿਆ ਹੈ, ਸੂਖਮ ਕੇ ਵਿਚਾਰ ਮਨ ਲਾਈ। ਔਰ ਸੂਖਸ਼ਮ ਜੋ ਸਾਡੇ ਅੰਦਰ ਸਾਡਾ ਆਤਮ ਸਰੂਪ ਹੈ, ਉਹਦੇ ਵਿੱਚ ਜਿਨ੍ਹਾਂ ਨੇ ਮਨ ਨੂੰ ਲਾ ਲਿਆ। ਰਜੂ ਸਰਪ ਜਗਤ ਕੋ ਜਾਨਾ। ਔਰ ਜਿਨ੍ਹਾਂ ਨੇ ਜਾਣ ਲਿਆ ਕਿ ਰੱਜੂ ਅਤੇ ਸਰਪ, ਰੱਸੀ ਅਤੇ ਸੱਪ ਦਾ ਭੇਦ ਜਿਨ੍ਹਾਂ ਨੇ ਜਾਣ ਲਿਆ ਕਿ ਰੱਸੀ ਦੇ ਵਿੱਚ ਸੱਪ ਦਾ ਭੁਲੇਖਾ ਕੇਵਲ ਭਰਮ ਦੇ ਕਰਕੇ ਹੈ, ਅਸਲ ਵਿੱਚ ਇਹ ਰੱਸੀ ਹੀ ਹੈ। ਭਾਵ ਇਹ ਜਿਹੜਾ ਸੰਸਾਰ ਹੈ ਇਹ ਬ੍ਰਹਮ ਸਰੂਪ ਹੈ ਤੇ ਮਾਇਆ ਦਾ ਕਰਕੇ ਸਾਨੂੰ ਸੱਤ ਪ੍ਰਤੀਤ ਹੋ ਰਿਹਾ ਹੈ। ਇਸ ਪ੍ਰਕਾਰ ਜਿਨ੍ਹਾਂ ਨੇ ਜਗਤ ਦੀ ਸਤਤਾ ਨੂੰ ਜਾਣ ਲਿਆ ਹੈ, ਸਤ ਸਰੂਪ ਆਪਨੋ ਮਾਨਾ। ਉਹਨਾਂ ਨੇ ਉਸ ਸਤ ਸਰੂਪ ਨੂੰ ਹੀ ਆਪਣਾ ਮੰਨਿਆ, ਬਾਕੀ ਸੰਸਾਰ ਨੂੰ ਆਪਣਾ ਨਹੀਂ ਮੰਨਿਆ। ਬਾਲਕ ਧਰਨ ਬ੍ਰਿਧਨੈ ਹੁਆ। ਉਹ ਜਿਹੜਾ ਸਾਡਾ ਆਤਮ ਸਰੂਪ ਹੈ, ਉਹ ਸਾਧ ਸੰਗਤ ਜੀ ਨਾ ਬਾਲਕ ਹੁੰਦਾ ਹੈ, ਨਾ ਤਰਨ ਜਵਾਨ ਹੁੰਦਾ, ਨਾ ਉਹਦੇ ਵਿੱਚ ਬੁਢੇਪਾ ਆਉਂਦਾ ਹੈ। ਉਹ ਇੱਕ ਰਸ ਹੀ ਹੈ। ਇਹ ਸਿਰਫ ਸਾਡਾ ਸਰੀਰ ਹੀ ਕਦੇ ਬਾਲਕ ਬਣਦਾ ਹੈ, ਜਦੋਂ ਅਵਸਥਾ ਥੋੜੀ ਵੱਡੀ ਹੁੰਦੀ ਹੈ, ਜਵਾਨ ਹੋ ਜਾਂਦਾ ਹੈ, ਫਿਰ ਬੁੱਢਾ ਹੁੰਦਾ ਹੈ। ਪਰ ਜਿਹੜਾ ਸਾਡਾ ਅੰਤਰ ਆਤਮਾ ਹੈ ਉਹ ਇੱਕ ਰਸ ਹੈ। ਜਨਮੈ ਨਹੀਂ ਮਰਨ ਜੁਆ। ਉਹ ਜਿਹੜਾ ਆਤਮਾ ਨਾ ਜੰਮਦਾ ਹੈ ਤੇ ਨਾ ਹੀ ਉਸ ਦਾ ਮਰਨ ਹੁੰਦਾ ਹੈ, ਵਿਨਾਸ਼ ਨਹੀਂ ਹੁੰਦਾ। ਦੇਹ ਆਦਿਕ ਹੰਤਾ ਨਿਰਵਾਰ। ਜਿਨ੍ਹਾਂ ਨੇ ਸਾਧ ਸੰਗਤ ਜੀ ਦੇਹੀ ਆਦਿਕ ਦੀ ਹੰਗਤਾ ਮਮਤਾ ਨੂੰ ਨਿਰਵਾਰ ਲਿਆ, ਦੂਰ ਕਰ ਲਿਆ, ਸੋ ਸਰੂਪ ਜਾਣਿਓ ਨਿਰਧਾਰ। ਤੇ ਜਿਨ੍ਹਾਂ ਨੇ ਨਿਸ਼ਚੈ ਕਰ ਲਿਆ ਕਿ ਸਾਡਾ ਸੋ ਸਰੂਪ ਉਹ ਵਾਹਿਗੁਰੂ ਪਰਮੇਸ਼ਰ ਦੀ ਅਸੀਂ ਅੰਸ਼ ਹਾਂ। ਹਰਕ ਸ਼ੋਕ ਤਿਨ ਕਉ ਕਿਮ ਹੋਵੇ। ਫਿਰ ਕਹਿੰਦੇ ਉਹਨਾਂ ਨੂੰ ਹਰਖ ਸ਼ੋਕ ਕਾਹਦਾ ਹੋਣਾ, ਨਾ ਉਹਨਾਂ ਨੂੰ ਕੋਈ ਬਹੁਤੀ ਖੁਸ਼ੀ ਹੁੰਦੀ ਹੈ, ਕਿਸੇ ਦੇ ਜੰਮੇ ਦੀ ਨਾ ਮਰੇ ਦੀ ਗਮੀ ਹੁੰਦੀ ਹੈ। ਹਰਖ ਸ਼ੋਕ ਤੋਂ ਉਹ ਰਹਿਤ ਹੋ ਜਾਂਦੇ ਹਨ। ਰੂਪ ਨਾਸ਼ੀ ਬਿਨ ਦੁਖ ਜੋਵੈ। ਜਿਨ੍ਹਾਂ ਨੇ ਮੰਨ ਲਿਆ ਵੀ ਇਹ ਜਿਹੜਾ ਸਾਹਮਣੇ ਦਿਖਾਈ ਦੇਣ ਵਾਲਾ ਇਹ ਰੂਪ ਹੈ ਇਹ ਤਾਂ ਨਾਸ਼ਵਾਨ ਹੈ, ਪਰ ਉਹ ਜਿਹੜਾ ਆਤਮ ਸਰੂਪ ਹੈ ਉਹ ਅਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ। ਔਰ ਬਿਨ ਦੁੱਖ ਜੋਵੈ, ਬਿਨਾਂ ਦੁੱਖ ਤੋਂ ਜਿਨ੍ਹਾਂ ਨੇ ਜਾਣਿਆ। ਅੰਮ੍ਰਿਤ ਵੇਲੇ ਨੈਣ ਉਘਾਰੀ। ਤੇ ਉਹ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਨੈਣ ਉਘਾੜਦੇ, ਅੰਮ੍ਰਿਤ ਵੇਲੇ ਉੱਠਦੇ ਹਨ। ਸਿੰਘਨ ਸਗਲ ਬੰਦਨਾ ਧਾਰੀ। ਸਿੰਘਾਂ ਨੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਨੂੰ ਨਮਸਕਾਰ ਕੀਤੀ। ਹਾਥ ਜੋੜੇ ਅਰਦਾਸ ਬਖਾਨੀ। ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਦਾਸ ਬੇਨਤੀ ਕੀਤੀ। ਆਓ ਆਪ ਉਪਦੇਸ਼ ਨ ਬਾਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ੁਭ ਉਪਦੇਸ਼ ਦੇਣ ਵਾਲੀ ਬਾਣੀ ਆਖੋ, ਸਾਨੂੰ ਉਪਦੇਸ਼ ਦੇਣ ਵਾਸਤੇ ਕੋਈ ਵਚਨ ਦੱਸੋ। ਅਬ ਤੋ ਦਰਸ਼ਨ ਕਉ ਸੁਖ ਪਾਵੈ। ਮਹਾਰਾਜ ਹੁਣ ਤਾਂ ਅਸੀਂ ਆਪ ਜੀ ਦੇ ਦਰਸ਼ਨ ਕਰ ਲੈਂਦੇ ਹਾਂ ਸਰੀਰਕ ਰੂਪ ਵਿੱਚ ਤੇ ਸੁਖ ਪ੍ਰਾਪਤ ਕਰਦੇ ਹਾਂ। ਜੇ ਸੁਨ ਪੀਛੇ ਮਨ ਠਹਿਰਾਵੈ। ਮਹਾਰਾਜ ਕੋਈ ਐਸੇ ਬਚਨ ਕਰ ਜਾਓ, ਆਪ ਜੀ ਸੱਚਖੰਡ ਚਲੇ ਜਾਓਗੇ। ਬਾਅਦ ਵਿੱਚ ਜਿਨ੍ਹਾਂ ਬਚਨਾਂ ਨੂੰ ਚੇਤੇ ਕਰ ਕਰਕੇ, ਜਿਨ੍ਹਾਂ ਬਚਨਾਂ ਨੂੰ ਸੁਣ ਸੁਣ ਕਰਕੇ ਸਾਡਾ ਮਨ ਠਹਿਰਾਓ ਦੇ ਵਿੱਚ ਆ ਜਾਵੇ, ਐਸੇ ਬਚਨ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰੀ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰੀ। ਸੁਨੋ ਖਾਲਸਾ ਤੁਮ ਮਮ ਪਿਆਰੀ। ਕਹਿਣ ਲੱਗੇ, ਖਾਲਸਾ ਜੀ ਸੁਣੋ, ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰੇ ਹੋ। ਨੇਤਰ ਜੀ ਪਰਮੇਸ਼ਰ ਜੈਸੀ।
ਬਾਕੀ ਭਾਈ ਵਾਹਿਗੁਰੂ ਪਰਮੇਸ਼ਰ ਨੇ ਜਿਸ ਪ੍ਰਕਾਰ ਦੀ ਵਿਧੀ ਰਚੀ ਹੈ, ਭੂਤ ਭਵਿਖ ਨ ਮਿਟੈ ਸੋ ਕੈਸੀ। ਉਹ ਕਹਿੰਦੇ ਭੂਤ ਭਵਿੱਖ ਦੇ ਵਿੱਚ ਨਾ ਕਦੇ ਪਿੱਛੇ ਮਿਟੀ ਹੈ, ਨਾ ਆਉਣ ਵਾਲੇ ਸਮੇਂ ਦੇ ਵਿੱਚ ਮਿਟਣੀ ਹੈ। ਜੋ ਜਨਮੈ ਹੋਏ ਹੈ ਤਿਨ ਮਰਨਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰਿ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹਦਾ ਜਨਮ ਹੋਇਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਜ਼ਰੂਰ ਹੈ। ਦ੍ਰਿੜ ਮਾਨ ਲੈ ਨਾਸ਼ ਪਰ ਹਰਨਾ। ਜਿੰਨਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜਿੰਨਾ ਨਜ਼ਰਾਂ ਦੇ ਨਾਲ ਅੱਖਾਂ ਦੇ ਨਾਲ ਸਾਨੂੰ ਦਿਖਾਈ ਦੇ ਰਿਹਾ ਹੈ, ਇਹਨੂੰ ਕਹਿੰਦੇ ਸਾਰੇ ਜਾਣ ਲਓ ਵੀ ਇਹ ਤਾਂ ਨਾਸ਼ਵੰਤ ਹੈ। ਦਿਨ ਸੂਰਜ ਚੰਦ ਪਾਈ। ਉਹ ਵਾਹਿਗੁਰੂ ਪਰਮੇਸ਼ਰ ਨੇ ਦਿਨ ਰਾਤ ਚੰਦ ਸੂਰਜ ਇਤਿਆਦਿਕ ਪੈਦਾ ਕੀਤੇ ਹਨ, ਹਰ ਬਲਾਇਨ ਗਿੰਦ ਬਿਨਾ ਬਤਾਈ। ਤੇ ਦਿਨ ਰਾਤ ਨੂੰ ਗਿਣ ਕੇ ਚੰਦ ਦੇ ਚੜ੍ਹਨ ਦੇ ਨਾਲ ਸੂਰਜ ਦੇ ਚੜ੍ਹਨ ਦੇ ਨਾਲ ਇਉਂ ਦਿਨ ਰਾਤ ਬਣਦੇ ਐ। ਇਹਨਾਂ ਨੂੰ ਗਿਣ ਗਿਣ ਕੇ ਕਹਿੰਦੇ ਫਿਰ ਗਿਣਤੀ ਦੀ ਉਮਰ ਬਣਦੀ ਹੈ। ਸਦਾ ਅਕਾਲ ਕਾਲ ਭਗਵਾਨ। ਬਾਕੀ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਕਾਲ ਤੋਂ ਰਹਿਤ ਹੈ। ਪੂਜੈ ਔਦ ਸਭ ਕੋ ਕਰਖਾਨਾ। ਜਿਹੜੇ ਦੁਨਿਆਵੀ ਲੋਕ ਹੈ ਉਹਨਾਂ ਦੀ ਜਦੋਂ ਉਮਰ ਪੁੱਗ ਜਾਂਦੀ ਹੈ, ਉਮਰ ਹੋ ਜਾਂਦੀ ਹੈ, ਤੇ ਸਭ ਨੂੰ ਕਾਲ ਖਾ ਜਾਂਦਾ ਹੈ। ਚੌਦੈ ਲੋਕ ਲਿਖੈ ਤਿਰ ਕੋਇ ਨਾ। ਸਿਰਫ ਇਸ ਧਰਤੀ ਦੀ ਗੱਲ ਨਹੀਂ ਬਲਕਿ 14 ਲੋਕਾਂ ਦੇ ਵਿੱਚ, 7 ਆਕਾਸ਼ਾਂ 7 ਭਵਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਸਥਿਰ ਨਹੀਂ ਹੈ, ਸਭ ਨੂੰ ਮਰਨਾ ਹੀ ਪੈਂਦਾ ਹੈ। ਉਹ ਐਸ ਕਾਲ ਬਸੀ ਜੋ ਹੋਏ ਨਾ। ਕਹਿੰਦੇ ਕਿਹੜਾ ਐਸਾ ਦੱਸ ਦਿਓ, ਕਹਿੰਦੇ ਜਿਹੜਾ ਕਾਲ ਦੇ ਵਸ ਨਹੀਂ ਹੋਇਆ ਅੱਜ ਤੱਕ। ਪੰਜ ਤਤ ਕੋ ਜਗ ਵਿਸਤਾਰਾ। ਸਤਿਗੁਰੂ ਜੀ ਕਹਿੰਦੇ 5 ਤੱਤਾਂ ਦਾ ਆ ਸਾਰਾ ਸੰਸਾਰ ਦਾ ਪਸਾਰਾ ਬਣਦਾ ਹੈ। ਤਿਨ ਵੀ ਪਖੈ ਕਾਲ ਕਰਾਰਾ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ 5 ਤੱਤਾਂ ਤੋਂ ਇਹ ਸਾਰਾ ਸੰਸਾਰ ਬਣਿਆ ਹੈ, ਇਹਨਾਂ ਨੂੰ ਵੀ ਕਹਿੰਦੇ ਕਾਲ ਭਖਣ ਕਰ ਜਾਂਦਾ ਹੈ, ਕਾਲ ਖਤਮ ਕਰ ਦਿੰਦਾ ਹੈ। ਜਬ ਕਾਰਨ ਹੀ ਲਿਓ ਬਿਨਾਸ਼ਾ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਾਰਨ ਹੀ ਵਿਨਾਸ਼ ਹੋ ਗਿਆ ਜਿਨ੍ਹਾਂ ਤੋਂ ਇਹ ਸਰੀਰ ਬਣਦੇ ਹਨ। ਕਾਰਜ ਬਿਰਤ ਵੇ ਕੀ ਕਿਤੇ ਆਸਾ। ਫਿਰ ਕਹਿੰਦੇ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਕਾਰਜ ਬਣੇ ਐ, ਇਹਨਾਂ ਕਾਰਜਾਂ ਦੇ ਥਿਰ ਹੋਣ ਦੀ ਆਪਾਂ ਕਿੱਥੋਂ ਆਸਾ ਰੱਖ ਸਕਦੇ ਹਾਂ। ਸਭ ਰਚਨਹਾਰ ਕਮਲਾਸਨ। ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਰਚਣ ਵਾਲਾ, ਕਮਲ ਦੇ ਵਿੱਚ ਆਸਣ ਲਾਉਣ ਵਾਲਾ ਬ੍ਰਹਮਾ ਮੰਨਿਆ ਗਿਆ ਹੈ। ਕਾਲ ਪੁਰਖ ਪਗ ਕਰੈ ਬਿਨਾਸ਼ਨ। ਪਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਕਾਲ ਉਸ ਨੂੰ ਵੀ ਮਾਰਦਾ ਹੈ। ਤਿਨਹੀ ਵਿਸ਼ਨ ਸ਼ੰਭੂ ਕਰ ਦੋ। ਇਸੇ ਤਰ੍ਹਾਂ ਹੀ ਵਿਸ਼ਨੂੰ ਅਤੇ ਸ਼ੰਭੂ ਸ਼ਿਵ ਜੀ ਇਹ 2 ਵੱਡੇ ਦੇਵਤੇ ਹਨ। ਪੂਜੇ ਔਦ ਤਿਰ ਰਹਿਣ ਕੋ। ਇਹਨਾਂ ਦੀ ਵੀ ਕਹਿੰਦੇ ਉਮਰ ਪੁੱਗ ਜਾਂਦੀ ਹੈ, ਉਮਰ ਪੈਣ ਤੋਂ ਬਾਅਦ ਇਹ ਚੜ੍ਹਾਈ ਕਰਦੇ ਆ, ਕੋਈ ਸਥਿਰ ਨਹੀਂ ਹੈ। ਅਪਰਣ ਕੀ ਗਿਣਤੀ ਕੋ ਕੌਣ। ਫਿਰ ਕਹਿੰਦੇ ਜਦੋਂ ਐਡੇ ਐਡੇ ਸ੍ਰਿਸ਼ਟੀ ਨੂੰ ਸਾਜਣ ਵਾਲੇ, ਪ੍ਰਤਪਾਲਨਾ ਕਰਨ ਵਾਲੇ, ਸ੍ਰਿਸ਼ਟੀ ਨੂੰ ਖਤਮ ਕਰਨ ਵਾਲੇ ਉਹ ਵੀ ਕਾਲ ਦੇ ਅਧੀਨ ਹੈ, ਤੇ ਫਿਰ ਹੋਰ ਕਿਸੇ ਦੀ ਕਹਿੰਦੇ ਕੀ ਗਿਣਤੀ ਗਿਣੀਏ ਵੀ ਉਹ ਇੱਥੇ ਸਥਿਰ ਰਹਿ ਜਾਵੇਗਾ। ਜੋ ਤਿਰ ਰਹਿ ਕਉ ਪਾਉਨ। ਕੌਣ ਹੈ ਐਸਾ ਜਿਹੜਾ 14 ਲੋਕਾਂ ਦੇ ਵਿੱਚੋਂ ਕੋਈ ਸਥਿਰ ਰਹਿ ਜਾਵੇ, ਸਦਾ ਹੀ ਅਮਰ ਰਹੇ, ਮਰੇ ਨਾ। ਜਾਦੇ ਤੂਲ ਦ੍ਰਿੜ ਕੋ ਨਿਉ। ਸਤਿਗੁਰੂ ਚੇਤਨ ਆਦਿਕ ਜੋ ਕਹੀਅਤ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਿਹੜਾ ਸਤ ਚੇਤਨ ਆਨੰਦ ਸਰੂਪ ਕਿਹਾ ਜਾਂਦਾ ਹੈ, ਸੂਖਮ ਤੇ ਅਤ ਸੂਖਮ ਲਹੀਅਤ। ਜਿਹੜਾ ਸੂਖਮ ਤੋਂ ਵੀ ਸੂਖਮ ਜਾਣਿਆ ਜਾਂਦਾ ਹੈ। ਤਿਸ ਟਿਕ ਕਾਲ ਨ ਪਹੁੰਚੈ ਖਾਈ। ਸਿਰਫ ਉਹ ਵਾਹਿਗੁਰੂ ਪਰਮੇਸ਼ਰ ਹੈ ਜਿਹਦੇ ਕੋਲੇ ਕਾਲ ਨਹੀਂ ਪਹੁੰਚਦਾ, ਉਹਨੂੰ ਖਾ ਨਹੀਂ ਸਕਦਾ। ਅਬਨਾਸੀ ਜੋ ਨੀਤ ਰਹਾਈ। ਉਹ ਵਾਹਿਗੁਰੂ ਪਰਮੇਸ਼ਰ ਅਬਿਨਾਸੀ, ਨਾਸ਼ ਤੋਂ ਰਹਿਤ ਹੈ, ਨਿੱਤਾ ਪ੍ਰਤੀ ਸਥਿਰ ਰਹਿਣ ਵਾਲਾ ਹੈ। ਸੋ ਸਰੂਪ ਆਪਨੋ ਪਹਿਚਾਨੋ। ਕਹਿੰਦੇ ਉਸ ਪਰਮਾਤਮਾ ਦੇ ਰੂਪ ਨੂੰ ਹੀ ਆਪਣਾ ਸਰੂਪ, ਆਪਣੇ ਆਤਮਾ ਨੂੰ ਜਾਣੋ, ਰਹੋ ਆਨੰਦ ਸ਼ੌਕ ਨਹਿ ਖਾਨੋ। ਤੇ ਹਮੇਸ਼ਾ ਗੁਰੂ ਕੇ ਸਿੱਖੋ, ਆਨੰਦ ਵਿੱਚ ਰਹੋ, ਕਿਸੇ ਪ੍ਰਕਾਰ ਦਾ ਗਮ ਨਾ ਕਰੋ। ਇਮ ਸਮ ਸਦਾ ਬਾਲ ਨਹਿ ਤਰਨਾ। ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਸਦਾ ਇੱਕ ਰਸ ਹੈ, ਇਸੇ ਤਰ੍ਹਾਂ ਜਿਹੜਾ ਸਾਡਾ ਆਤਮਾ ਉਹ ਵੀ ਇੱਕ ਸਮ ਹੈ। ਨਾ ਉਹ ਬਾਲਾ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਹ ਬਾਲਕ ਹੈ, ਨਾ ਬੁੱਢਾ ਹੁੰਦਾ, ਨਾ ਜਵਾਨ ਹੁੰਦਾ ਹੈ। ਬਿਰਧ ਨ ਜਨਮ ਨ ਹੋਏ ਕਬ ਮਰਨਾ। ਨਾ ਉਹ ਬਿਰਧ ਹੁੰਦਾ, ਨਾ ਉਹਦਾ ਕਦੇ ਜਨਮ ਹੁੰਦਾ, ਨਾ ਕਦੇ ਮਰਨਾ ਹੁੰਦਾ ਹੈ। ਦੁਖ ਦਰਦ ਨਹੀਂ ਜਿਸ
ਦੁੱਖ ਨਹੀਂ ਹੈ ਜਿਹਦੇ ਵਿੱਚ ਕੋਈ ਦਰਿਦਰ ਨਹੀਂ ਹੈ। ਰੂਪ ਆਨੰਦ ਬਿਗਨ ਕੋ ਨਾਹੀ। ਜਿਹੜਾ ਹਮੇਸ਼ਾ ਹੀ ਆਨੰਦ ਰੂਪ ਹੈ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਕੋਈ ਵਿਘਨ ਨਹੀਂ ਹੈ। ਸ੍ਰੀ ਸਤਿਗੁਰੂ ਕੋ ਤਾਂ ਨਿਵਾਸ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਦਿ ਲੈ ਕੇ ਸਾਰੇ ਗੁਰੂ ਸਾਹਿਬਾਨਾਂ ਦਾ ਉਸ ਸੱਚਖੰਡ ਦੇ ਵਿੱਚ ਨਿਵਾਸ ਹੈ। ਜੇ ਨਾ ਰਖਣਾ ਸ਼ੋਕ ਨਾ ਨਾਸ਼ੀ। ਜਿਸ ਜਗ੍ਹਾ ਦੇ ਉੱਤੇ, ਜਿਸ ਸੱਚਖੰਡ ਘਰ ਦੇ ਵਿੱਚ ਨਾ ਕੋਈ ਹਰਖ ਹੈ, ਨਾ ਸ਼ੋਕ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ, ਨਾ ਨਾਸ਼ ਹੀ ਹੁੰਦਾ ਹੈ। ਪਰਮ ਦੁਖੀ ਲਖ ਜਗ ਕੇ ਜੀਵ। ਸੰਸਾਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਦੁਖੀ ਜਾਣ ਕਰਕੇ, ਜਿਨ ਕੇ ਮਨ ਸੁਖ ਸ਼ਾਂਤ ਨ ਜੀਵ। ਜਿਹੜੇ ਸੰਸਾਰੀ ਲੋਕਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਕਦੇ ਵੀ, ਇਹ ਅਹੰਤਾ ਤਰ ਗਾਲੀ। ਔਰ ਦੇਹੀ ਦਾ ਹਉਮੈ ਹੰਕਾਰ ਧਰ ਧਰ ਕੇ ਜਿਨ੍ਹਾਂ ਨੇ ਗਾੜਾ ਕੀਤਾ ਹੋਇਆ, ਪੱਕਾ ਕੀਤਾ ਹੋਇਆ ਹੈ। ਦਿਨ ਪ੍ਰਤ ਰਾਗ ਦਵੈਕ ਬਹੁ ਬਾਡੀ। ਦਿਨ ਪ੍ਰਤੀ ਦਿਨ ਰਾਗ ਦਵੈਕ ਇਤਿਆਦਿਕ ਵੱਧਦੇ ਰਹਿੰਦੇ ਹਨ। ਪੰਜ ਕਲੇਸ਼ਨ ਬਸੀ ਹਮੇਸ਼। ਤੇ ਪੰਜ ਕਲੇਸ਼ਾਂ ਦੇ ਵਿੱਚ ਹੀ ਹਮੇਸ਼ਾ ਦੁਨੀਆ ਦੇ ਲੋਕ ਰਹਿੰਦੇ ਹਨ। ਅਵਿਦਿਆ, ਅਸਮਤਾ, ਰਾਗ ਦਵੈਕ, ਅਭਿਨਵੇਸ਼ ਇਤਿਆਦਿਕ ਵਿੱਚ। ਪਰਮਤ ਮਾਇਆ ਲਗੇ ਹਮੇਸ਼। ਇਉਂ ਹਮੇਸ਼ਾ ਹੀ ਮਾਇਆ ਦੇ ਵਿੱਚ ਭਰਮਦੇ ਰਹਿੰਦੇ ਹਨ। ਬਾਦ ਵਿਰੋਧੀ ਭਜ ਭਜ ਮਰੇ। ਹਾਂ, ਬਾਦ ਲੜਾਈ ਝਗੜੇ ਬੈਰ ਵਿਰੋਧ ਦੇ ਵਿੱਚ ਹੀ ਪਚ ਪਚ ਕੇ, ਖੱਪ ਖੱਪ ਕੇ ਮਰ ਰਹੇ ਹਨ। ਸੰਕਟ ਸਹਿ ਨਰਕ ਮਹੁ ਪਰੈ। ਔਰ ਇਸ ਪ੍ਰਕਾਰ ਬਹੁਤ ਸੰਕਟ ਦੁੱਖ ਸਹਾਰਦੇ ਹਨ ਤੇ ਨਰਕਾਂ ਵਿੱਚ ਜਾ ਪੈਂਦੇ ਐ। ਜੀਵਨ ਕੇ ਹਿਤ ਕੋ ਕਰਵੇ। ਉਹਨਾਂ ਜੀਵਾਂ ਦਾ ਹਿਤ ਕਰਨ ਵਾਸਤੇ, ਉਹਨਾਂ ਦਾ ਭਲਾ ਕਰਨ ਵਾਸਤੇ ਸਤਿਗੁਰ ਕਰੈ ਦੇ ਜਗ ਧਰਦੇ। ਸਤਿਗੁਰੂ ਇਸ ਸੰਸਾਰ ਵਿੱਚ ਆਉਂਦੇ ਆ, ਦੇਹੀ ਧਾਰਦੇ ਹਨ ਆਪਣੀ ਸ਼ਬਦ ਸਹਿਤ ਉਪਦੇਸ਼ੈ। ਔਰ ਆਪਣੀਆਂ ਸ਼ਕਤੀਆਂ ਦੇ ਸਹਿਤ ਸੰਸਾਰ ਨੂੰ ਉਪਦੇਸ਼ ਕਰਦੇ ਹਨ। ਗੁਰ ਤੇ ਹਰਿ ਵਿਕਾਰ ਬਖਸ਼ੀਸ਼ੈ। ਤੇ ਵਿਸ਼ੇਸ਼ ਕਰਕੇ ਜਿਹੜੇ ਵਿਕਾਰ ਹਨ ਸਾਰਿਆਂ ਦੇ ਹਿਰਦਿਆਂ ਵਿੱਚੋਂ ਖਤਮ ਕਰਦੇ ਹਨ। ਭਲੇ ਬੰਦ ਕੋ ਚਰਨ ਬਤਾਵੈ। ਔਰ ਭਲੇ ਪੰਥ ਦੇ ਉੱਤੇ, ਚੰਗੇ ਰਸਤੇ ਦੇ ਉੱਤੇ ਚੱਲਣ ਦੀ ਜੁਗਤੀ ਦੱਸਦੇ ਹਨ। ਸ੍ਰੀ ਰਹਿਤ ਸਰੀਰ ਚਲਾਵੈ। ਔਰ ਐਸੀ ਰੀਤੀ ਚਲਾਉਂਦੇ ਹਨ ਸੰਸਾਰ ਦੇ ਵਿੱਚ ਜਿਸ ਉੱਤੇ ਚੱਲ ਕੇ ਸੰਸਾਰ ਦੇ ਲੋਕ ਮੁਕਤੀ ਪ੍ਰਾਪਤ ਕਰ ਲੈਣ। ਅਡ ਨਰਕ ਤੇ ਦੇ ਤਬ ਚੜਾਈ। ਨਰਕਾਂ ਦੇ ਜਿਹੜੇ ਦੁੱਖ ਹਨ ਉਹਨਾਂ ਤੋਂ ਬਚਾ ਲੈਂਦੇ ਹਨ। ਜਗੇ ਭਾਗ ਨਰ ਸੋ ਗੁਰ ਪਾਈ। ਜਿਸ ਮਨੁੱਖ ਦੇ ਭਾਗ ਜਾਗਦੇ ਹਨ ਉਹ ਮਨੁੱਖ ਸਤਿਗੁਰੂ ਸਾਹਿਬ ਦੇ ਦਰਸ਼ਨ ਪਾਉਂਦਾ ਹੈ। ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ। ਜਨਮ ਜਨਮ ਕੀ ਸੋਈ ਜਾਗੀ। ਜਾਗੇ ਹੋਏ ਭਾਗਾਂ ਵਾਲੇ ਮਨੁੱਖ ਗੁਰੂ ਦਾ ਦਰਸ਼ਨ ਕਰਦੇ ਹਨ। ਦੇਵ ਦੇਸ ਤਰੈ ਜਗ ਸਾਗਰ। ਇਉਂ ਸਤਿਗੁਰੂ ਤੋਂ ਉਪਦੇਸ਼ ਲੈ ਕੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ। ਅਮਰੈ ਤਰੈ ਹੋਤ ਜੋ ਜਾਗਰ। ਆਪ ਵੀ ਤਰ ਜਾਂਦੇ ਐ ਤੇ ਹੋਰਾਂ ਨੂੰ ਵੀ ਤਰਾਉਂਦੇ ਹਨ। ਤੇ ਇਉਂ ਸੰਸਾਰ ਦੇ ਵਿੱਚ ਸੰਤ ਭਗਤ ਬਣ ਕੇ ਉਜਾਗਰ ਹੁੰਦੇ ਹਨ। ਸ਼ੁਭ ਮਗ ਮਗ ਕੋ ਬਤਾਏ ਕਰ ਕਾਰਜ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਸ਼ੁਭ ਰਸਤਾ ਦੱਸ ਕੇ ਇਹ ਕਾਰਜ ਸੰਪੂਰਨ ਕਰਦੇ ਹਨ। ਆਪਨ ਤਾਨ ਪਹੁੰਚੈ ਗੁਰ ਅਰਜੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਸਥਾਨ ਸੱਚਖੰਡ ਵਿਖੇ ਜਾ ਪਹੁੰਚਦੇ ਹਨ। ਜਿਮ ਪਰ ਦੁਰ ਭੇਛ ਕਰਾਲਾ। ਸਤਿਗੁਰੂ ਕਹਿੰਦੇ ਭਾਈ ਜਿਵੇਂ ਧਰਤੀ ਦੇ ਉੱਤੇ ਕਿਸੇ ਸਮੇਂ ਬਹੁਤਾ ਹੀ ਕਾਲ ਵਾਲਾ ਸਮਾਂ ਆ ਪਵੇ, ਜੈ ਕੈ ਉਪਜੈ ਤਬ ਤਦ ਸਾਲਾ। ਬਹੁਤ ਸਾਰੀ ਜਦੋਂ ਭੁੱਖਮਰੀ ਫੈਲ ਜਾਵੇ ਔਰ ਚਾਰੇ ਪਾਸੇ ਹੀ ਬੜੀ ਤਪਸ਼ ਫੈਲ ਜਾਵੇ ਧਰਤੀ ਤੇ, ਜੀਵ ਦੁਖੀ ਕਿਰ ਕੈ ਤਕ ਕਾਲਾ। ਉਸ ਵੇਲੇ ਸਾਰੇ ਜੀਵਾਂ ਨੂੰ ਦੁਖੀ ਦੇਖ ਕੇ ਤੁਰੰਤ ਹੀ ਬਿਦਤੈ ਨਭ ਮੈਂ ਮੇਘਨ ਮਾਲਾ। ਆਕਾਸ਼ ਦੇ ਵਿੱਚ ਉਸ ਵੇਲੇ ਮੇਘਾਂ ਦੀਆਂ ਮਾਲਾ ਭਾਵ ਬੱਦਲ ਹੀ ਬੱਦਲ, ਬੱਦਲਾਂ ਦੇ ਝੁੰਡ ਪ੍ਰਗਟ ਹੋ ਜਾਂਦੇ ਹਨ। ਵਰਖਾ ਕਰਕੇ ਤਪਤ ਮਟਾਵੇਂ। ਔਰ ਫਿਰ ਉਹ ਬੱਦਲ ਵਰਖਾ ਕਰਕੇ ਗਰਮੀ ਮਿਟਾ ਦਿੰਦੇ ਹਨ। ਅੰਨ ਪਾਨ ਤੇ ਤ੍ਰਿਪਤਾਵੇਂ। ਸੋ ਇਸ ਪ੍ਰਕਾਰ ਮੀਂਹ ਪੈਣ ਦੇ ਨਾਲ ਅੰਨ ਪੈਦਾ ਹੁੰਦਾ ਹੈ ਜਿਸ ਨਾਲ ਸਾਰੇ ਲੋਕ ਤ੍ਰਿਪਤ ਹੁੰਦੇ ਹਨ। ਹੁਣ ਸੋ ਮੇਘ ਲੀਨ ਹੋਏ ਜਾਈ। ਫਿਰ ਕਹਿੰਦੇ ਮੀਂਹ ਪਾ ਕੇ ਉਹ ਜਿਹੜੇ ਮੇਘ ਬੱਦਲ ਹੈ ਉਹ ਲੀਨ ਹੋ ਜਾਂਦੇ, ਅਲੋਪ ਹੋ ਜਾਂਦੇ ਹਨ। ਜੈ ਕੇ ਆਵੇ ਤਹਾਂ ਸਮਾਈ। ਜਿੱਥੋਂ ਆਉਂਦੇ ਆ ਉੱਥੇ ਹੀ ਜਾ ਸਮਾਉਂਦੇ ਹਨ। ਤੈਨੂੰ ਸਤਿਗੁਰ ਕੇ ਲਖੋ ਸਰੀਰਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਜੀ ਤੁਸੀਂ ਸਾਡੇ ਸਰੀਰਾਂ ਦੀ ਚਿੰਤਾ ਨਾ ਕਰੋ, ਇਉਂ ਗੁਰੂ ਦੇ ਸਰੀਰ ਨੂੰ ਜਾਣੋ ਵੀ ਗੁਰੂ ਦਾ ਸਰੀਰ ਭਲੇ ਵਾਸਤੇ ਆਇਆ ਸੀ
ਭਲਾ ਕਰਕੇ ਹੁਣ ਅਲੋਪ ਹੋ ਰਿਹਾ ਹੈ। ਸ਼ੁਭ ਮਗ ਉਪਦੇਸ਼ ਕਰ ਧੀਰਾ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ੁਭ ਰਸਤੇ ਉੱਤੇ ਚੱਲਣ ਦਾ ਉਪਦੇਸ਼ ਕਰਕੇ ਸੰਗਤਾਂ ਨੂੰ ਧੀਰਜ ਬਣਾਉਂਦੇ ਹਨ। ਨਿਜ ਸਦਾਨ ਮੈਂ ਜਾਏ ਪਹੁੰਚੈ ਜਾਈ। ਫਿਰ ਸਤਿਗੁਰੂ ਕਹਿੰਦੇ ਨਿਜ ਸਥਾਨ ਸੱਚਖੰਡ ਸਥਾਨ ਉੱਤੇ ਗੁਰੂ ਦਾ ਸਰੀਰ ਜਾ ਪਹੁੰਚਦਾ ਹੈ। ਨਿਜ ਸਿੱਖਨ ਕੇ ਰਹਿ ਸਹਾਈ। ਪਰ ਫਿਰ ਵੀ ਇਹ ਨਹੀਂ ਕਿ ਗੁਰੂ ਚਲੇ ਗਿਆ ਤੇ ਸਿੱਖ ਹੁਣ ਇਕੱਲੇ ਰਹਿ ਗਏ। ਨਿੱਤਾ ਪ੍ਰਤੀ ਸਿੱਖਾਂ ਦੇ ਸਹਾਇਕ ਹੋਵਾਂਗੇ ਅਸੀਂ। ਉਪਜੈ ਪ੍ਰੇਮ ਭਾਵ ਮਨ ਜੰਪ। ਜਿਨ੍ਹਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਸ਼ਰਧਾ ਭਾਵਨਾ ਪ੍ਰੇਮ ਪੈਦਾ ਹੋਵੇਗਾ। ਅੰਗ ਸੰਗ ਸਤਿਗੁਰ ਹੈ ਤਾਂ ਕੀ। ਸਤਿਗੁਰੂ ਹਮੇਸ਼ਾ ਉਹਨਾਂ ਦੇ ਅੰਗ ਸੰਗ ਹੋਣਗੇ। ਸਤਨਾਮ ਸਿਮਰਨ ਕਉ ਦੀਨ। ਜਿਹੜਾ ਅਸੀਂ ਤੁਹਾਨੂੰ ਸਤਨਾਮ ਵਾਹਿਗੁਰੂ ਦਾ ਮੰਤਰ ਸਿਮਰਨ ਵਾਸਤੇ ਦਿੱਤਾ ਹੈ। ਦੇ ਮਨੋ ਨਹੀਂ ਕਬ ਦੀਨ। ਕਹਿੰਦੇ ਜਿਹੜਾ ਇਹ ਮੰਤਰ ਦੇ ਨਾਲ ਬਣਿਆ ਰਹੇਗਾ ਹਮੇਸ਼ਾ ਇਹਨੂੰ ਜਪਦਾ ਰਹੇਗਾ ਉਹ ਕਦੇ ਦੀਨ ਦੁਖੀ ਨਹੀਂ ਹੋਵੇਗਾ। ਧਰਾ ਰਾਜ ਹਿਤ ਸ਼ਤਰ ਗਹਾਈ। ਔਰ ਗੁਰੂ ਕੇ ਖਾਲਸਾ ਜੀ ਅਸੀਂ ਧਰਤੀ ਦਾ ਰਾਜ ਦੇਣ ਵਾਸਤੇ ਤੁਹਾਨੂੰ ਸ਼ਸਤਰਧਾਰੀ ਬਣਾਇਆ ਹੈ। ਮਰੇ ਜੰਗ ਮੈਂ ਸੁਰਗ ਸਦਾਈ। ਜਿਹੜਾ ਵੀ ਧਰਮ ਯੁੱਧ ਲੜਦਾ ਕੋਈ ਸ਼ਹੀਦ ਹੋਵੇਗਾ ਉਹ ਵੀ ਸੱਚਖੰਡ ਜਾਵੇਗਾ। ਦੇਵੀ ਮਾਤ ਅੰਗ ਮੈਂ ਪਾਈ। ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਸ਼ਕਤੀ ਆਦਿ ਸ਼ਕਤੀ ਹੈ ਅਸੀਂ ਤੁਹਾਨੂੰ ਉਹਦੀ ਗੋਦ ਵਿੱਚ ਪਾਇਆ ਹੈ। ਸਗਲ ਅਕਾਲ ਪੁਰਖ ਲੜਦਾਈ। ਸਾਰਿਆਂ ਨੂੰ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾ ਦਿੱਤਾ ਹੈ। ਵੇਦ ਸ਼ਾਸਤਰ ਤੇ ਸਾਰ ਨਿਕਾਸਾ। ਵੇਦਾਂ ਸ਼ਾਸਤਰਾਂ ਦੇ ਵਿੱਚੋਂ ਜਿਹੜਾ ਤਤ ਸਾਰ ਹੈ ਉਹ ਕੱਢ ਕੇ ਮੇਰੇ ਬਾਣੀ ਮੈਂ ਗੁਰਨ ਪ੍ਰਕਾਸ਼ਾ। ਆਪਣੀ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਪ੍ਰਕਾਸ਼ ਕਰ ਦਿੱਤਾ ਪ੍ਰਗਟ ਕਰ ਦਿੱਤਾ ਹੈ। ਪੜੋ ਸੁਨੋ ਉਪਦੇਸ਼ ਕਮਾਵੋ। ਸੋ ਇਸ ਕਰਕੇ ਖਾਲਸਾ ਜੀ ਤੁਸੀਂ ਇਸ ਗੁਰਬਾਣੀ ਨੂੰ ਪੜ੍ਹੋ ਸੁਣੋ ਤੇ ਇਹਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਕਮਾਓ। ਗੁਰ ਕੇ ਲੋਕਨ ਸੰਸੈ ਜਾਵੋ। ਬਿਨਾਂ ਕਿਸੇ ਸੰਸ਼ੇ ਤੋਂ ਬਿਨਾਂ ਕਿਸੇ ਭਰਮ ਸੰਦੇਹ ਤੋਂ ਗੁਰੂ ਕੇ ਲੋਕ ਸੱਚਖੰਡ ਵਿਖੇ ਜਾਓਗੇ। ਤਾਂ ਕੀ ਗਤ ਐਸੇ ਹੀ ਹੋਤ। ਜਿਹੜੀ ਤਨ ਦੀ ਗਤ ਹੈ ਤਨ ਦੀ ਹਾਲ ਤਨ ਦੀ ਦਸ਼ਾ ਉਹ ਸਰੀਰਾਂ ਦੀ ਦਸ਼ਾ ਤਾਂ ਇਹੋ ਜਿਹੀ ਹੁੰਦੀ ਹੈ। ਬਿਨ ਸਜਾਤ ਹੈ ਜਿਤ ਕੈ ਦੋਤਾ। ਜਿੰਨੇ ਪੈਦਾ ਹੋਏ ਆ ਉਹ ਸਾਰੇ ਸਰੀਰ ਇੱਕ ਦਿਨ ਬਿਨਸ ਜਾਂਦੇ ਹਨ। ਜਿਨਹੁ ਨਰਹੁ ਸਿਮਰਿਓ ਸਤਨਾਮੁ। ਜਿਨ੍ਹਾਂ ਲੋਕਾਂ ਨੇ ਸਤਨਾਮ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਆਤਮ ਗਿਆਨੀ ਥਿਰ ਨਿਜ ਧਾਮੁ। ਉਹ ਆਤਮ ਦਾ ਗਿਆਨ ਰੱਖਣ ਵਾਲੇ ਆਤਮ ਗਿਆਨੀ ਬ੍ਰਹਮ ਗਿਆਨੀ ਹੋ ਗਏ ਹਨ ਤੇ ਆਪਣੇ ਨਿਜ ਘਰ ਦੇ ਵਿੱਚ ਉਹਨਾਂ ਨੇ ਟਿਕਾਣਾ ਪਾ ਲਿਆ ਹੈ। ਤਿਨਹੁ ਆਪਣੋ ਜਨਮ ਸੁਧਾਰਾ। ਉਹਨਾਂ ਗੁਰਸਿੱਖਾਂ ਨੇ ਆਪਣਾ ਜਨਮ ਸਵਾਰ ਲਿਆ ਹੈ। ਹਰੇ ਪਾਰ ਜਗ ਪਾਰਾਵਾਰ। ਔਰ ਇਹ ਸੰਸਾਰ ਜਿਹੜਾ ਪਾਰਾਵਾਰ ਤੋਂ ਰਹਿਤ ਭਵ ਸਾਗਰ ਹੈ ਇਹਦੇ ਵਿੱਚ ਉਹਨਾਂ ਨੇ ਤਰਨਾ ਕੀਤਾ ਹੈ। ਬਾਉਲ ਨ ਜਨਮ ਮਰਨ ਮੈਂ ਆਈ। ਮੁੜ ਕੇ ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ। ਸਤ ਚੇਤਨ ਆਨੰਦ ਸੁਮਾਈ। ਸਗੋਂ ਸਤ ਚੇਤਨ ਆਨੰਦ ਸਰੂਪ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਸਮਾ ਜਾਂਦੇ ਹਨ। ਉਸ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦੇ ਹਨ ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਜਾਣ ਤੋਂ ਪਹਿਲਾਂ ਸੰਗਤਾਂ ਨੂੰ ਜਿਵੇਂ ਉਪਦੇਸ਼ ਕਰ ਰਹੇ ਆ ਜੋਤੀ ਜੋਤ ਸਮਾਉਣ ਦੀ ਤਿਆਰੀ ਜਿਵੇਂ ਹੋ ਰਹੀ ਹੈ ਜਿਵੇਂ ਇਤਿਹਾਸ ਅੱਗੇ ਆਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਅਗਾਂਹ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਬਾਵਰ ਜਨਮ ਮਰਨ ਮਹਿ ਆਨ ਆਈ। ਸਤ ਚੇਤਨ ਆਨੰਦ ਸਮਾਏ।